सुन रहे हो रेडियो इंडिया KRPA 1110 AM। वो 10 बज के 2 मिनट हो चुके, 2 मिनट ऊपर हो गए। मैं कही पूरे 10 वजे साढ़े नाल खास मेहमान समीप सिंह गुमटाला साढ़े नाल जुड़नगे, असीं उन्हां नाल जुड़ गए जी। वैसे तो पूरे श्री अमृतसर साहब नूं सारी दुनिया नाल जोड़न जाण दा खास उपराला कर रहे ने समीप सिंह गुमटाला जी। रेडियो इंडिया 1110 AM ते तुहाडा भरपूर स्वागत। सत श्री अकाल। सत श्री अकाल, बहुत बहुत धन्यवाद। गुमटाला साहब, ਅੰਮ੍ਰਿਤਸਰ ਨੂੰ ਤੁਸੀਂ ਪੂਰੀ ਦੁਨੀਆ ਨਾਲ ਜੋੜਦੇ ਹੋ, ਜੋੜਨ ਜਾਣ ਵਾਸਤੇ ਉਪਰਾਲਾ ਕਰਦੇ ਹੋ। ਇੱਕ ਖਬਰ ਬੜੀ ਹੀ ਇੰਪੋਰਟੈਂਟ ਹੈ ਕਿ ਕਈ ਫਲਾਈਟਸ ਜਿਹੜੀਆਂ ਨੇ ਦਿੱਲੀ ਉਤਰ ਨਹੀਂ ਸਕੀਆਂ, ਦਿੱਲੀ 에ਅਰਪੋਰਟ ਤੇ ਅੰਮ੍ਰਿਤਸਰ ਵੱਲ ਉਹਨਾਂ ਨੂੰ ਡਿਵਰਟ ਕਰਤਾ ਗਿਆ। ਤੇ ਇਹ ਖਬਰ ਤਾਂ ਵੈਸੇ ਬੜੀ ਐਕਸਾਈਟਿੰਗ ਸੀ। ਇਹ ਖਬਰ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ, ਇਹ ਕੀ ਖਬਰ ਸੀ? ਹਾਂਜੀ ਜੀ, ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਅੰਮ੍ਰਿਤਸਰ ਨੂੰ ਪੂਰੀ ਦੁਨੀਆ ਨਾਲ, ਇਹ ਤੇ ਅਸੀਂ ਕਹਿ ਦਈਏ ਕਿ ਗੁਰੂ ਸਾਹਿਬ ਦੀ ਨਗਰੀ ਜਿਹੜੀ ਹੈ, ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਵਸਾਈ ਨਗਰੀ, ਇਹ ਆਲਰੇਡੀ ਸਾਰਿਆਂ ਦੇ ਦਿਲਾਂ 'ਚ ਸਭ ਪਾਸੇ ਵਸੀ ਹੋਈ ਹੈ ਤੇ ਜੁੜੀ ਹੋਈ ਹੈ। ਪਰ ਸਾਡੀ ਜਿਹੜੀ ਕੋਸ਼ਿਸ਼ ਜਿਸ ਤਰ੍ਹਾਂ ਦੱਸਿਆ ਇਹੀ ਹੈ ਕਿ ਹਵਾਈ ਸੰਪਰਕ ਨਾਲ ਉਹ ਜ਼ਰੂਰ ਜੁੜੇ। ਦੁਨੀਆ ਤੋਂ ਵੱਖਰੇ ਥਾਵਾਂ ਦੇ ਲੋਕੀ ਆਉਂਦੇ ਨੇ ਤੇ ਪਰ ਇੱਕ ਚੀਜ਼ ਜਿਹੜੀ ਹਵਾਈ ਸੰਪਰਕ ਹੈ ਉਹਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਲਾਈ ਅੰਮ੍ਰਿਤਸਰ ਹੋ ਜਾਏ ਤੇ ਫਿਰ ਤੇ ਬਹੁਤ ਵਧੀਆ। ਪਰ ਜਿਹੜੀ ਤੁਸੀਂ ਗੱਲ ਕੀਤੀ, ਕਹਿੰਦੇ ਨੇ ਨਾ ਕਿ ਭਾਵੇਂ ਏਅਰਲਾਈਨਾਂ ਨਾ ਮੰਨਣ ਜਾਂ ਕੋਈ ਨਾ ਮੰਨੇ, ਪਰ ਰੱਬ ਅੱਗੇ ਫਿਰ ਕਿਸੇ ਦੀ ਨਹੀਂ ਚੱਲਦੀ। ਤਾਂ ਉਹ ਗੱਲ ਹੋਈ ਜੀ ਕਿ ਦਿੱਲੀ ਜਦੋਂ ਵੀ ਕੋਈ ਵੱਡੀ ਮੌਸਮ ਖਰਾਬ ਹੋ ਜਾਏ ਸਰਦੀਆਂ 'ਚ, ਤੇ ਹੁਣ ਗਰਮੀਆਂ 'ਚ ਹਨੇਰੀਆਂ ਆ ਰਹੀਆਂ ਤੇ ਮੌਸਮ ਖਰਾਬ ਸੀ ਤੇ ਏਅਰਪੋਰਟ ਹੁਣ ਕਿਹੜੇ ਨੇ ਲਾਗੇ, ਇੱਕ ਅੰਮ੍ਰਿਤਸਰ ਹੈ, ਇੱਕ ਜੈਪੁਰ ਹੈ। ਤੋ ਇਹ ਦੋ ਏਅਰਪੋਰਟ ਨੇ ਤੇ ਵਿੱਚ ਚੰਡੀਗੜ੍ਹ ਵੀ ਲਾ ਲਓ, ਪਰ ਉੱਥੇ ਹੁਣ ਥੋੜਾ ਰਨਵੇ ਵੱਡਾ ਹੋਇਆ। ਪਰ ਇਹ ਜਿਹੜੀਆਂ ਫਲਾਈਟ ਨੇ ਯੂਨਾਈਟਿਡ ਏਅਰਲਾਈਨ, ਉਹਨਾਂ ਦਾ ਵੱਡਾ ਜਹਾਜ਼ 777, ਇਸੇ ਤਰ੍ਹਾਂ ਯੂਨਾਈਟਿਡ ਏਅਰਲਾਈਨਸ ਦਾ 787 ਡ੍ਰੀਮ ਲਾਈਨਰ, ਥਾਈ ਏਅਰਵੇਜ਼, ਜਿਹਨਾਂ ਨਾਲ ਅਸੀਂ ਇੱਕ ਮੀਟਿੰਗ ਵੀ ਕੀਤੀ ਕੋਵਿਡ ਤੋਂ ਪਹਿਲਾਂ, ਤੇ ਉਹ ਮੀਟਿੰਗ ਬੜੀ ਵਧੀਆ ਸੀ। ਉਹ ਕਹਿੰਦੇ ਸੀ ਅਸੀਂ ਜ਼ਰੂਰ ਕੰਸੀਡਰ ਕਰਾਂਗੇ ਥਾਈਲੈਂਡ ਤੋਂ ਕਨੈਕਟ ਕਰਨ ਲਈ ਉਹਨਾਂ ਦਾ ਜਹਾਜ਼ 777। ਫਿਰ ਜੀ KLM, ਜਿੱਥੋਂ ਕਿ ਤੁਹਾਡੀ ਵੱਡੀ ਗਿਣਤੀ ਸਰੀ ਤੋਂ, ਕੈਲਗਰੀ ਤੋਂ ਲੋਕ ਸਾਰੇ ਜਾਂਦੇ ਨੇ, ਐਮਸਟਰਡਮ, ਫਿਰ ਐਮਸਟਰਡਮ ਦਿੱਲੀ ਜਾਂਦੇ ਨੇ। ਉਹਨਾਂ ਦੀ ਵੀ ਕੋਈ ਨਾ ਚੱਲੀ ਤੇ ਉਹਨਾਂ ਨੂੰ ਵੀ ਅੰਮ੍ਰਿਤਸਰ ਉਤਰਨਾ ਪਿਆ। ਕਈ ਘੰਟੇ ਫਿਰ ਉੱਥੇ ਰਹੇ ਉਹ ਪੈਸੰਜਰ, ਕਈਆਂ ਨੂੰ ਫਿਰ ਹੋਟਲਾਂ 'ਚ ਭੇਜਿਆ ਗਿਆ। ਤੇ ਇਸੇ ਤਰ੍ਹਾਂ ਹੋਰ ਕਾਫੀ ਫਲਾਈਟਾਂ ਡੋਮੈਸਟਿਕ ਜਿਹੜੀਆਂ ਸਨ ਉਹ ਅੰਮ੍ਰਿਤਸਰ ਲੈਂਡ ਕੀਤੀਆਂ। ਤਕਰੀਬਨ 17 ਤੋਂ 17 ਫਲਾਈਟ ਜਿਹੜੀਆਂ ਨੇ ਉਹ ਅੰਮ੍ਰਿਤਸਰ ਪਹੁੰਚੀਆਂ 2 ਦਿਨ ਪਹਿਲਾਂ, ਕਿਉਂਕਿ ਦਿੱਲੀ ਜਿਹੜਾ ਮੌਸਮ ਖਰਾਬ ਸੀ। ਅੱਜ ਵੀ ਸੁਣ ਰਹੇ ਸੀ ਕੁਝ ਫਲਾਈਟ ਰਿਵਰਟ ਸ਼ਾਇਦ ਹੋਣਗੀਆਂ, ਤੇ ਪਰ ਅੰਮ੍ਰਿਤਸਰ ਐਜ਼ ਅ ਬੈਕਅਪ ਏਅਰਪੋਰਟ ਹੈਗਾ ਜੀ, ਜੇ ਦਿੱਲੀ ਉੱਥੇ ਫਲਾਈਟ ਨਹੀਂ ਲੈਂਡ ਕਰ ਸਕਣ। ਜੇ ਹੁਣ ਏਦਾਂ ਹੋ ਸਕਦਾ ਹੈ ਤੇ ਕੁਝ ਏਅਰਲਾਈਨਸ ਖੁਦ ਹੀ ਕਿਸੇ ਤਰੀਕੇ ਨਾਲ, ਜੋ ਵੀ ਸਾਡਾ ਸਿਸਟਮ ਹੈ ਉਸ ਤਰੀਕੇ ਨਾਲ ਕਿਉਂ ਨਹੀਂ ਅੰਮ੍ਰਿਤਸਰ ਨਾਲ ਹੀ ਡਾਇਰੈਕਟ ਜੁੜ ਜਾਂਦੀਆਂ? ਉਹਨਾਂ ਨੂੰ ਵੀ ਫਾਇਦਾ ਹੋਏਗਾ। ਪੈਸੰਜਰ ਤਾਂ ਸਾਰੇ ਉੱਥੇ ਹੀ ਆਲਮੋਸਟ, ਜਿੱਦਾਂ 90% ਪੈਸੰਜਰ ਜਿਹੜੇ ਨੇ ਦਿੱਲੀ ਘੱਟ ਉਤਰਦੇ ਨੇ, ਅੰਮ੍ਰਿਤਸਰ ਜ਼ਿਆਦਾ ਜਾਣਾ ਚਾਹੁੰਦੇ ਨੇ, ਕਿਉਂਕਿ ਪੰਜਾਬ ਵੱਲ ਦੀ ਪੰਜਾਬ ਬਾਉਂਡ ਪੈਸੰਜਰ ਹੁੰਦੇ ਨੇ। ਇਹਨਾਂ ਏਅਰਲਾਈਨਸ ਨੂੰ ਤਾਂ ਇਸ ਚੀਜ਼ ਦਾ ਇਲਮ ਹੈ, ਰੁਕਾਵਟ ਕਿੱਥੇ ਹੈ? ਹਾਂਜੀ ਜੀ, ਇਹ ਤੁਹਾਡੀ ਗੱਲ ਬੜੀ ਵਧੀਆ ਹੈ। ਕੁਝ ਸਾਲ ਪਹਿਲਾਂ ਐਮੀਰੇਟਸ ਦਾ ਜਹਾਜ਼ ਦਿੱਲੀ ਲੈਂਡ ਨਹੀਂ ਕਰ ਸਕਿਆ ਤੇ ਅੰਮ੍ਰਿਤਸਰ ਆ ਗਿਆ, ਤੇ ਤੁਹਾਨੂੰ ਪਤਾ ਦੁਬਈ ਲੋਕ ਕਾਫੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਇੱਥੋਂ ਆਏ ਆ ਜੀ, ਬੜੇ ਟੋਰਾਂਟੋ ਤੋਂ ਆਏ, ਇੱਧਰੋਂ ਆਏ ਆ, ਤੇ ਸਾਨੂੰ ਤੁਸੀਂ ਇੱਥੋਂ ਉਤਾਰ ਦਿਓ। ਉਹਨਾਂ ਨੇ ਜਹਾਜ਼ ਰੌਲਾ ਪਾਤਾ। ਉਹਨਾਂ ਨੇ ਕਿਹਾ ਜੀ ਜੋ ਪ੍ਰੋਟੋਕਾਲ ਹੁੰਦਾ ਅਸੀਂ ਤੁਹਾਨੂੰ ਇੱਥੇ ਨਹੀਂ ਉਤਾਰ ਸਕਦੇ, ਇਮੀਗ੍ਰੇਸ਼ਨ ਹੁੰਦੀ ਜਾਂ ਕਿਸ ਤਰ੍ਹਾਂ, ਪਰ ਸਵਾਰੀ ਨੇ ਬਹੁਤ ਰੌਲਾ ਪਾਇਆ। ਤੋ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਹਾਜ਼ ਜੇ ਸਾਰੇ ਸਵਾਰੀਆਂ ਅੰਮ੍ਰਿਤਸਰ ਦੀਆਂ ਤੋਂ ਅਪਰੂਵ ਹੋ ਗਿਆ, ਇਸੇ ਤਰ੍ਹਾਂ KLM 'ਚ ਬਹੁਤ ਸਵਾਰੀਆਂ ਹੁੰਦੀਆਂ ਨੇ। ਅਸੀਂ ਇੱਕ ਗੱਲ ਮੈਂ ਕਹਿਣੀ ਦੱਸਦਾ ਕਿ ਏਅਰ ਕੈਨੇਡਾ ਵੀ ਘੁੰਮਦੀ ਰਹੀ ਦਿੱਲੀ ਉੱਤੇ, ਪਰ ਉਹ ਕੁਝ ਮੌਸਮ ਖਰਾਬ ਤੋਂ ਕੁਝ ਦੇਰ ਪਹਿਲਾਂ ਹੀ ਲੈਂਡ ਕਰ ਗਈ, ਜ਼ਿਆਦਾ ਖਰਾਬ ਹੋਣ ਤੋਂ ਪਹਿਲਾਂ। ਸਾਨੂੰ ਸੀਗਾ ਭਾਵੇਂ ਤੁਹਾਡੀ ਕੈਨੇਡਾ ਮੰਨੇ ਨਾ ਮੰਨੇ, ਅੱਜ ਰੱਬ ਅੱਗੇ ਇਹ ਜ਼ਰੂਰ ਆ ਕੇ ਤੇ ਅੰਮ੍ਰਿਤਸਰ ਜ਼ਰੂਰ ਪਹੁੰਚ ਜਾਣਗੇ, ਭਾਵੇਂ ਪੈਂਡੇਮਿਕ 'ਚ ਵੀ ਨਹੀਂ ਪਹੁੰਚੇ। ਜੇ ਰੁਕਾਵਟ ਦੀ ਗੱਲ ਕਰੀਏ ਇਸ ਤਰ੍ਹਾਂ ਜੀ ਕਿ ਜਿਹੜੀਆਂ ਵੱਡੀਆਂ ਏਅਰਲਾਈਨਸ ਨੇ, ਯੂਨਾਈਟਿਡ ਕਹਿ ਲਈ ਅਮਰੀਕਾ ਤੋਂ, ਇੰਨੀ ਮੇਰੇ ਖਿਆਲ ਨਾਲ ਹਾਲੇ ਉਹ ਫਿਜ਼ੀਬਿਲਿਟੀ ਨਹੀਂ ਹੈਗੀ ਇੱਥੋਂ ਅਮਰੀਕਾ ਤੋਂ। ਜੇ ਆਪਾਂ ਗੱਲ ਕਰੀਏ ਕਿ ਤੁਹਾਨੂੰ ਕਾਰਗੋ ਵੀ ਮਿਲ ਜਾਏ, ਬਿਜ਼ਨਸ ਕਲਾਸ ਵੀ ਮਿਲ ਜਾਏ, ਤੇ ਉਹ ਇੱਕ ਗੱਲ ਹੋ ਗਈ। ਦੂਜੀ ਗੱਲ ਹੈ ਜਿਹੜੀ ਰੁਕਾਵਟ ਹੈ, ਤੇ KLM ਜਿਹੜੀ ਐਮਸਟਰਡਮ ਤੋਂ ਹੈ, ਜੇ ਉਹ ਜਾਣਾ ਚਾਹਵੇ, ਪਰ ਹਵਾਈ ਸਮਝੌਤੇ ਜਿਹੜੇ ਇੰਡੀਆ ਦੇ ਨਾਲ ਨੇ ਉਹਦੇ ਵਿੱਚ KLM ਜਿਹੜੀ ਹੈ ਅੰਮ੍ਰਿਤਸਰ ਉਹ 'ਚ ਐਡਿਡ ਨਹੀਂ ਹੈਗਾ, ਉਹਨੂੰ ਕਹਿੰਦੇ ਪੁਆਇੰਟ ਆਫ ਕਾਲ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਐਮੀਰੇਟਸ ਦੀ, ਕੋਈ ਵੀ, ਆਪਾਂ ਪਹਿਲਾਂ ਵੀ ਕਹਿ ਚੁੱਕੇ ਤੁਹਾਡੇ ਪ੍ਰੋਗਰਾਮ 'ਚ, ਬਾਰ-ਬਾਰ ਕਹਿੰਦੇ ਆ, ਕੋਈ ਵੀ ਮਿਡਲ ਈਸਟਰਨ ਦੀਆਂ ਏਅਰਲਾਈਨ ਐਕਸੈਪਟ ਕਤਰ ਏਅਰਵੇਜ਼ ਉਹ ਅੰਮ੍ਰਿਤਸਰ ਲੈਂਡ ਨਹੀਂ ਕਰ ਸਕਦੀਆਂ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਹਵਾਈ ਸਮਝੌਤਿਆਂ 'ਚ ਪਰਮਿਸ਼ਨ ਨਹੀਂ ਦਿੱਤੀ ਹੋਈ। ਉਹ ਹਵਾਈ ਸਮਝੌਤੇ ਲਿਖੇ ਜਾਣ, ਤੇ ਇੱਕ ਇਹ ਬੜੀ ਵੱਡੀ ਰੁਕਾਵਟ ਹੈ ਜੀ। ਇਹ ਰੁਕਾਵਟ ਮੈਂ ਫਿਰ ਦੱਸ ਦੇਵਾਂ ਸਾਰਿਆਂ ਨੂੰ ਕਿ ਜਿਹੜੇ ਖੁਸ਼ ਹੋ ਜਾਂਦੇ ਨੇ ਕਿ ਲੁਧਿਆਣੇ ਚੱਲ ਜਾਣਗੇ, ਚੰਡੀਗੜ੍ਹ ਚੱਲ ਜਾਣਗੀਆਂ, ਇਹ ਰੁਕਾਵਟ ਉਹਨਾਂ ਲਈ ਵੀ ਰਹੇਗੀ। ਕੋਈ ਵੀ ਫੋਰਨ ਏਅਰਲਾਈਨ ਜਿਹੜੀਆਂ ਨੇ, ਅੰਮ੍ਰਿਤਸਰ ਫਿਰ ਵੀ ਅਲਾਉਡ ਨੇ ਕੁਝ ਏਅਰਲਾਈਨ, ਸੋ ਇੱਕ ਇਹ ਵੱਡੀ ਰੁਕਾਵਟ ਹੈ। ਸੋ ਟੈਕਨੀਕਲ ਐਸਪੈਕਟ ਨੇ, ਪਰ
ਸਾਡੇ ਹਿਸਾਬ ਨਾਲ ਜੀ ਹੁਣ ਟੋਰਾਂਟੋ ਜਾਂ ਵੈਨਕੂਵਰ ਵਾਇਬਿਲਿਟੀ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ, ਪਰ 에ਅਰ ਕੈਨੇਡਾ ਦੀ ਲੱਗਦਾ ਵਾ ਹੋਰ ਪ੍ਰਾਇੋਰਟੀਜ਼ ਨੇ, ਕਿਉਂਕਿ ਉਹਨਾਂ ਦੇ ਦੁਨੀਆ ਦੇ ਹੋਰ ਯੂਰਪ ਵਿੱਚ ਹੋਰ ਵੀ ਜਾਣਾ ਉਹਨਾਂ ਨੇ, ਤੇ ਉਹਨਾਂ ਦੀ ਉਹ ਪ੍ਰਾਇੋਰਟੀ ਲੱਗਦੀ ਹੈ ਕਿ ਵੱਡੇ ਵੱਡੇ ਜਿਹੜੇ ਸ਼ਹਿਰ ਨੇ ਮੁਲਕਾਂ ਦੇ ਉੱਥੇ ਜਾਣ। ਸੋ ਇਹ ਉਹਨਾਂ ਵੱਲ ਜਾਂ ਬ੍ਰਿਟਿਸ਼ ਹੋ ਗਈ, ਇਹ ਥੋੜੀ ਜਿਹੀ ਰੁਕਾਵਟ ਲੱਗਦੀ ਹੈ, ਪਰ ਹੋਰ ਬੜੀਆਂ 에ਅਰਲਾਈਨਸ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਉਹਨਾਂ ਦਾ ਪਲਾਨ ਬਣੇ ਕਿ ਅੰਮ੍ਰਿਤਸਰ ਨਾਲ ਜੁੜਨ। ਸਰ ਨਸਮੀਤ ਸਿੰਘ ਗੁਮਟਾਲਾ ਨੇ ਜੀ ਅੰਮ੍ਰਿਤਸਰ ਨਾਲ ਕਨੈਕਟਿੰਗ ਇਸ ਗਰੁੱਪ ਦੇ ਨਾਲ ਨੇ, ਬਹੁਤ ਸਾਰੇ ਇੱਥੇ ਹੀ ਸਾਡੇ ਸਰੀ ਦੇ ਵਿੱਚ ਵੈਨਕੂਵਰ ਇਸ ਇਲਾਕੇ ਦੇ ਵਿੱਚ ਵੀ ਨਹੀਂ ਇਸ ਗਰੁੱਪ ਨਾਲ ਅਟੈਚ। ਜ਼ਰੂਰ ਜੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਸ਼ਿਰਕਤ ਕਰਦੇ ਨੇ, ਗੱਲਬਾਤ ਵੀ ਕਰਦੇ ਨੇ। ਤੁਸੀਂ ਵੀ ਜ਼ਰੂਰ ਇਸ ਮਸਲੇ ਵਾਸਤੇ ਗੱਲ ਜਗ੍ਹਾ ਜਗ੍ਹਾ ਉਠਾਓ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਾਜ਼ਿਸ਼ਾਂ ਹੋ ਰਹੀਆਂ ਨੇ, ਬਹੁਤ ਸਾਰੀਆਂ ਅਲੱਗ ਤਰ੍ਹਾਂ ਦੀਆਂ ਪਲਾਨਸ ਹੋ ਰਹੀਆਂ ਨੇ। ਅੰਮ੍ਰਿਤਸਰ ਏਅਰਪੋਰਟ ਤੱਕ ਜਦੋਂ ਵੀ ਕਿਤੇ ਗੱਲ ਸਿਰੇ ਚੜ੍ਹਨ ਲੱਗਦੀ ਹੈ ਤਾਂ ਅਲੱਗ ਤਰ੍ਹਾਂ ਦੀ ਗੱਲ ਕੋਈ ਚਲਾਉਣ ਲੱਗ ਪੈਂਦਾ, ਪਤਾ ਨਹੀਂ ਕਿਉਂ ਚਲਾਉਣ ਲੱਗ ਪੈਂਦਾ। ਉਹਦੇ ਬਾਰੇ ਵੀ ਜ਼ਰੂਰ ਗੁਮਟਾਲਾ ਜੀ ਕੋਲ ਪੁੱਛਾਂਗੇ। ਗੁਮਟਾਲਾ ਜੀ ਮੇਰੇ ਇੱਕ ਲਿਸਨਰ ਨੇ ਰੈਗੂਲਰ, ਉਹ ਹਮੇਸ਼ਾ ਮੇਰੇ ਕੋਲ ਪੁੱਛਦੇ ਰਹਿੰਦੇ ਨੇ ਕਿ ਜਿਹੜੀ ਵਾਇਆ ਕਤਰ ਫਲਾਈਟ ਜਾਂਦੀ ਹੈ ਇਹਦੇ ਪ੍ਰਾਈਸ ਜਿਹੜੇ ਨੇ ਨਾਰਮਲੀ ਇੱਥੋਂ ਸ਼ਟਲ ਤੋਂ ਇਹ ਇੰਨੇ ਜ਼ਿਆਦਾ ਕਿਉਂ ਨੇ, ਘੱਟ ਕਿਉਂ ਨਹੀਂ ਹੋ ਰਹੇ? ਕੀ ਅੱਜ ਕੱਲ੍ਹ ਫਲਾਈਟ ਜਿਹੜੀਆਂ ਨੇ ਘੁੰਮ ਘੁਮਾ ਕੇ ਜਾਂਦੀਆਂ ਨੇ? ਇਹਦੇ ਬਾਰੇ ਜ਼ਰੂਰ ਦੱਸੋ ਕਿ ਸਿੱਧੀਆਂ ਜਾਂਦੀਆਂ ਨੇ ਇੱਥੇ ਦੋਹਾ ਕਤਰ ਦਿਨ ਅੰਮ੍ਰਿਤਸਰ, ਇਹਦੇ ਬਾਰੇ ਜ਼ਰੂਰ ਸਾਡੇ ਸਰੋਤੇ ਨੂੰ ਦੱਸੋ ਜੀ। ਹਾਂਜੀ ਚੀਮਾ ਸਾਹਿਬ, ਇਸ ਤਰ੍ਹਾਂ ਕਿ ਕਤਰ ਦੀ ਜਿਹੜੇ ਜਹਾਜ਼ ਹੈ ਉਹਨਾਂ ਨੂੰ ਹਫ਼ਤੇ ਵਿੱਚ 1200 ਤੋਂ ਵੱਧ ਸਵਾਰੀਆਂ ਇੱਕ ਪਾਸੇ ਦੀਆਂ ਲੈ ਕੇ ਨਹੀਂ ਜਾ ਸਕਦੇ ਜੀ। ਸੋ ਇਸ ਕਰਕੇ ਉਹ 180 ਸਵਾਰੀ ਦਾ ਜਹਾਜ਼ ਜਿਹੜਾ ਹੈ ਅੰਮ੍ਰਿਤਸਰ ਲੈ ਕੇ ਆਉਂਦੇ ਨੇ ਰੋਜ਼ਾਨਾ। ਜੀ ਜੀ। ਸੋ ਤੁਸੀਂ ਅੰਦਾਜ਼ਾ ਲਗਾ ਲਓ, ਕਤਰ 에ਅਰਵੇਜ਼ 140 ਮੁਲਕਾਂ ਨੂੰ ਜਾਂਦੀ ਹੈ, 140 ਡੈਸਟੀਨੇਸ਼ਨਸ ਨੂੰ, ਮੁਲਕਾਂ ਨੂੰ ਨਹੀਂ। ਉਹ ਸਾਰੇ ਲੋਕ ਦੋਹਾ ਆ ਕੇ ਇਕੱਠੇ ਹੁੰਦੇ ਨੇ। ਅਮਰੀਕਾ ਦੀਆਂ ਉੱਥੋਂ ਜਿਹੜੀਆਂ ਨੇ ਸ਼ਾਮ ਨੂੰ ਅਮਰੀਕਾ ਤੋਂ ਫਲਾਈਟਾਂ ਪਹੁੰਚ ਕੇ 4 ਵਜੇ 8 ਵਜੇ ਅੰਮ੍ਰਿਤਸਰ ਦੀ ਫਲਾਈਟ ਰਵਾਨਾ ਹੁੰਦੀ ਹੈ। ਅਮਰੀਕਾ ਤੋਂ ਕਿੱਥੇ ਜਾਂਦੀ ਹੈ? ਅਮਰੀਕਾ ਤੋਂ ਕਤਰ ਦੇ ਕਿੰਨੇ ਕੁ ਡੈਸਟੀਨੇਸ਼ਨ ਨੇ ਜਿਹੜੇ ਸਾਡੇ ਖਾਸ ਕਰ ਪੰਜਾਬੀ ਭਾਈਆਂ ਵਾਸਤੇ ਸੁਟੇਬਲ ਹੁੰਦੇ ਹੋਣਗੇ, ਜਿੱਥੇ ਪੰਜਾਬੀਆਂ ਦੀ ਵਸੋਂ ਅਮਰੀਕਾ ਜ਼ਿਆਦਾ ਹੈ? ਤੁਹਾਡੇ ਕੋਲ ਤਾਂ ਹੁੰਦਾ ਹੈਂਡੀ ਇਨਫੋਰਮੇਸ਼ਨ ਸਾਰੀ। ਹਾਂਜੀ ਹਾਂਜੀ ਜੀ, ਇਹ ਸਿਐਟਲ, ਹਾਂਜੀ, ਜਿੱਥੇ ਤੁਸੀਂ ਦੱਸਿਆ ਹੁਣੇ, ਸੈਨ ਫਰਾਂਸਿਸਕੋ ਤੋਂ ਉਹਨਾਂ ਦੀ ਫਲਾਈਟ ਹੈ, ਜਿੱਥੇ ਸਾਡੀ ਬਹੁਤ ਵੱਡੀ ਪਾਪੂਲੇਸ਼ਨ ਹੈ। ਲਾਸ ਐਂਜਲਸ ਤੋਂ ਹੈ, ਨਿਊਯਾਰਕ ਤੋਂ ਹੈ, ਸ਼ਿਕਾਗੋ ਤੋਂ ਹੈ। ਸੋ ਇਹ ਸਾਰੇ ਵੱਡੀਆਂ ਡੈਸਟੀਨੇਸ਼ਨ, ਬਾਕੀ ਡੈਸਟੀਨੇਸ਼ਨ ਹੋਰ ਵੀ ਹੈਗੀਆਂ ਨੇ, ਬੋਸਟਨ ਹੋ ਗਈ, ਹੋਰ ਜਿਹੜੀਆਂ ਫਿਲਾਡੈਲਫੀਆ ਹੋ ਗਈਆਂ, ਟੈਕਸਸ ਹੋ ਗਈ, ਹਿਊਸਟਨ, ਡੈਲਸ, ਦੋਨਾਂ ਤੋਂ, ਵਾਸ਼ਿੰਗਟਨ DC ਹੈ। ਸੋ ਇਹਨਾਂ ਤੋਂ ਪਰ ਪਲੱਸ ਮੌਂਟਰੀਅਲ ਤੋਂ ਵੀ ਜਾਂਦੀ ਹੈ। ਸੋ ਪ੍ਰੋਬਲਮ ਇਹ ਆਉਂਦੀ ਹੈ, ਯੂਰਪ ਤੋਂ ਸਾਰੀਆਂ, ਰੋਮ ਤੋਂ ਸਾਰੀ ਜਗ੍ਹਾ ਜਾਂਦੀ ਹੈ, ਉਹ ਸਾਰੀਆਂ ਸਵਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ, ਤੇ ਫਿਰ ਦੋਹਾ ਤੋਂ ਅੰਮ੍ਰਿਤਸਰ ਜਿਹੜੀਆਂ ਸੀਟਸ ਦੀ ਅਵੇਲੇਬਿਲਿਟੀ ਹੁੰਦੀ ਬੜੀ ਲਿਮਿਟਡ ਹੁੰਦੀ ਹੈ। ਸੋ ਇਸ ਕਰਕੇ ਜਿਹੜੀਆਂ ਟਿਕਟਸ ਨੇ, ਕੁਝ ਉਹਨਾਂ ਦੀਆਂ ਕਾਸਟ $100-200 ਫਿਰ ਤੁਹਾਨੂੰ ਦਿੱਲੀ ਨਾਲੋਂ ਵੱਧ ਮਿਲਣਗੀਆਂ, ਕਿਉਂਕਿ ਦਿੱਲੀ ਉਹਨਾਂ ਦੀ ਰੋਜ਼ਾਨਾ 3 ਫਲਾਈਟਸ ਨੇ। ਹੁਣ ਇੰਡੀਅਨ ਗਵਰਨਮੈਂਟ ਜਿਹੜੀ ਆ ਕੋਈ ਬੈਲੈਂਸ ਨਹੀਂ ਕਰਦੀ ਪਈ। ਅਸੀਂ ਕਹਿੰਦੇ ਆ ਜੇ ਤੁਹਾਨੂੰ ਲੱਗਦਾ ਵਾ ਕਿ ਭਾਰਤੀ ਕੈਰੀਅਰ ਦੀਆਂ ਸੀਟਾਂ ਇਹ ਫਿਲ ਕਰ ਦਿੰਦੇ ਨੇ, ਉਹਨਾਂ ਨੂੰ ਨੁਕਸਾਨ ਪਹੁੰਚਦਾ, ਫਿਰ ਤੁਸੀਂ ਦਿੱਲੀ ਤੋਂ ਬੰਦ ਕਰੋ ਉਹਨਾਂ ਨੂੰ, ਦਿੱਲੀ ਦੀ ਬਜਾਏ ਉਹਨਾਂ ਨੂੰ ਕਤਰ ਨੂੰ ਅੰਮ੍ਰਿਤਸਰ ਜ਼ਿਆਦਾ ਪਰਮਿਸ਼ਨ ਦੇ ਦਿਓ। ਸੋ ਇਹ ਜਿਹੜੀ ਪ੍ਰੋਬਲਮ ਹੈ ਬੜੀ ਵੱਡੀ ਪ੍ਰੋਬਲਮ ਹੈ। ਪਰ ਕਈ ਵਾਰੀ ਮੈਂ ਦੇਖਿਆ ਚੀਮਾ ਸਾਹਿਬ, $200 ਜੇ ਟਿਕਟ ਮਹਿੰਗੀ ਵੀ ਹੋਵੇ ਅੰਮ੍ਰਿਤਸਰ ਦੀ, ਵੱਖਰੀ ਗੱਲ, ਟਿਕਟ ਘੱਟ ਆ ਦਿੱਲੀ ਨਾਲੋਂ, ਪਰ ਲੋਕੀ ਇਹ ਵੀ ਸੋਚ ਲੈਣ ਕਿ ਦਿੱਲੀੋਂ ਪੰਜਾਬ ਨੂੰ ਜਾਣਗੇ, ਜਲੰਧਰ ਜਾਣਗੇ, ਲੁਧਿਆਣੇ ਜਾਣਗੇ, $10,000 ਟੈਕਸੀ ਦਾ ਖਰਚਣਗੇ। ਸੋ $200, $100 ਉੱਥੇ ਫਰਕ ਪੈ ਜਾਂਦਾ ਵਾ। ਅੰਮ੍ਰਿਤਸਰ ਆਓ, ਬਹੁਤੀ ਗੱਲ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਆਰਾਮ ਨਾਲ ਤੁਹਾਡੇ ਰਿਸ਼ਤੇਦਾਰ ਆ ਜਾਣਗੇ ਜਲੰਧਰੋਂ ਲੈਣ, ਲੁਧਿਆਣਿਓਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਥੋੜਾ ਬਹੁਤਾ ਅਸੀਂ ਕਈ ਵਾਲੇ ਸਾਨੂੰ ਕੌੜਾ ਘੁੱਟ ਮਾੜਾ ਜਿਹਾ ਪੀਣਾ ਪਏਗਾ, ਤਾਂ ਜੋ ਫਿਰ ਅਸੀਂ ਕੁਝ ਟਿਕਟਾਂ ਮਹਿੰਗੀਆਂ ਦੇ ਕੇ, ਤੇ ਪਰ ਕੱਲ ਨੂੰ ਸਾਨੂੰ ਇਹ ਫਾਇਦਾ ਰਹੇਗਾ, ਕਿਉਂਕਿ ਅਸੀਂ ਦੱਸ ਸਕਦੇ ਹਾਂ ਕਿ ਲੋਕ ਟਿਕਟਾਂ ਹਾਈ ਪ੍ਰਾਈਸ ਦੇ ਰਹੇ ਨੇ, ਕਿਉਂਕਿ 에ਅਰਲਾਈਨਸ ਇਹ ਵੀ ਦੇਖਦੀਆਂ ਨੇ ਕਿ ਕਿੰਨੀ ਦੇ ਟਿਕਟਾਂ ਵਿਕ ਰਹੀਆਂ ਨੇ ਐਵਰੇਜ ਅੰਮ੍ਰਿਤਸਰ ਦੀਆਂ। ਆਬਵੀਅਸਲੀ ਦਿੱਲੀ ਬਹੁਤ ਫਲਾਈਟਸ ਨੇ ਜੋ ਟਿਕਟਾਂ ਥੋੜੀਆਂ ਸਸਤੀਆਂ ਹੋਣਗੀਆਂ। ਸੋ ਇਹ ਚੀਜ਼ਾਂ ਨੇ ਕੁਝ ਟੈਕਨੀਕਲ। ਪਰ ਮੈਂ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੁਣੇ, ਅੰਮ੍ਰਿਤਸਰ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਵੱਡੀ ਮੰਗ ਜਿਹੜੀ ਉੱਠੀ ਹੈ ਕੈਨੇਡਾ ਤੋਂ, ਸੰਸਦ ਮੈਂਬਰਾਂ ਨੇ ਈਵਨ ਇੰਡੀਆ ਤੇ ਕੈਨੇਡਾ ਦੇ ਬਾਇਲੇਟਰਲ ਟਾਕਸ ਹੋਈਆਂ ਨੇ ਚੀਮਾ ਸਾਹਿਬ 3 ਹਫ਼ਤੇ ਪਹਿਲਾਂ, ਮਿਨਿਸਟਰ ਓਮਰ ਅਲਗਾਬਰਾ ਤੇ ਮਿਨਿਸਟਰ ਜੋਤੀਰਾਦਿੱਤਿਆ ਸਿੰਧੀਆ ਦੀਆਂ। ਉੱਥੇ ਉਹਨਾਂ ਨੇ ਗੱਲ ਉਠਾਈ ਆ ਕਿ ਅੰਮ੍ਰਿਤਸਰ ਨੂੰ ਅਸੀਂ ਕਨੈਕਟ ਕਰੀਏ, ਲੋਕੇ ਬੜੀ ਡਿਮਾਂਡ ਆ ਰਹੀ ਹੈ, ਹਵਾਈ ਸਮਝੌਤੇ 'ਚ ਤਬਦੀਲੀ ਹੈ, ਪੂਰਾ ਸਾਥ ਦਈਏ। ਤੇ ਸਿੰਧੀਆ ਸਾਹਿਬ ਨੇ ਵੀ ਕੀਤਾ, ਭਾਰਤ ਸਰਕਾਰ ਨੇ। ਪਰ ਅਫਸੋਸ ਇਹ ਪੰਜਾਬ ਸਰਕਾਰ ਕਿਸੇ ਹੋਰ ਪਾਸੇ ਤੁਰੀ ਆ। ਪੂਰੀ ਕੋਸ਼ਿਸ਼ ਹੋ ਰਹੀ ਹੈ, ਭਾਵੇਂ ਪਹਿਲਾਂ ਵੀ ਸਰਕਾਰ ਸੀ, ਹੁਣ ਵੀ ਵੇਖ ਲਓ, ਇਹ ਕਹਿੰਦੇ ਨੇ ਸਰਕਾਰਾਂ ਜਿਹੜੀਆਂ ਨੇ ਪਿੰਡਾਂ 'ਚੋਂ ਚੱਲਣਗੀਆਂ, ਸ਼ਹਿਰਾਂ 'ਚ ਚੱਲਣਗੀਆਂ, ਤੇ ਮਾਨ ਸਾਹਿਬ ਚੰਡੀਗੜ੍ਹ ਤੋਂ ਚਲਾਉਂਦੇ ਨੇ ਫਲਾਈਟਾਂ। ਅੱਜ ਫੇਰ ਸਰਕਾਰ ਦਾ ਉਹਨਾਂ ਦਾ ਬਿਆਨ ਆਇਆ ਕਿ ਮੈਂ ਮੀਟਿੰਗ ਕੀਤੀ ਹਵਾਈ ਅੱਡੇ ਸੰਬੰਧੀ, ਤੇ ਚੰਡੀਗੜ੍ਹ ਤੋਂ ਫਲਾਈਟਾਂ, ਚੰਡੀਗੜ੍ਹ ਤੋਂ ਕਾਰਗੋ ਚਲਾਉਣ ਸੰਬੰਧੀ ਮੈਂ ਮੀਟਿੰਗ ਕੀਤੀ ਆ। ਕਮਾਲ ਹੋ ਗਈ ਹੈ ਕਿ ਮਾਨ ਸਾਹਿਬ ਭੁੱਲ ਗਏ ਨੇ ਅੰਮ੍ਰਿਤਸਰ ਪੰਜਾਬ 'ਚ ਨਹੀਂ ਹੈਗਾ, ਅੰਮ੍ਰਿਤਸਰ ਲਾਹੌਰ ਵੱਲ ਚਲੇ ਗਿਆ। ਸੋ ਬਹੁਤ ਦੁੱਖ ਹੋ ਰਿਹਾ, ਟਵੀਟ ਆ ਰਹੀਆਂ ਨੇ, ਲੋਕ ਮੈਨੂੰ ਸਵੇਰ ਤੋਂ ਮੈਸੇਜ ਕਰ ਰਹੇ ਨੇ ਕਿ ਇਹ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਕਿੱਥੇ ਗਈ ਹੈ। ਉਹਨਾਂ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹ ਕਹਿ ਰਹੇ ਅਸੀਂ ਕੇਜਰੀਵਾਲ ਸਾਹਿਬ ਨਾਲ ਗੱਲ ਕਰ ਰਹੇ ਹਾਂ, ਅਸੀਂ ਦਿੱਲੀ ਨੂੰ ਬੱਸਾਂ ਚਲਾ ਦਾਂਗੇ ਸਾਰੀਆਂ, ਅੰਮ੍ਰਿਤਸਰ ਨੂੰ ਬੱਸ ਨਹੀਂ ਕੋਈ ਚੱਲਦੀ ਜੀ ਹਵਾਈ ਅੱਡੇ ਨੂੰ।
ਇਹ ਲੱਗਦਾ ਇਹਨਾਂ ਨੂੰ ਇਹ ਚਾਹੁੰਦੇ ਨੇ ਕਿ ਅੰਮ੍ਰਿਤਸਰ ਹਵਾਈ ਅੱਡਾ ਫੇਲ ਕਰ ਦਈਏ ਤੇ ਜਿਹੜਾ ਇਹਨਾਂ ਨੇ ਜਿੱਤਣ ਤੋਂ ਬਾਅਦ ਅਗਲੇ ਦਿਨ ਆ ਕੇ ਇਹਨਾਂ ਨੇ ਸਾਰਾ ਜਿਹੜਾ ਉੱਥੇ ਕੱਢਿਆ ਵਾ ਆਪਣਾ ਵਿਨਿੰਗ ਮਾਰਚ, ਹੁਣ ਅੰਮ੍ਰਿਤਸਰ ਭੁੱਲ ਗਏ ਨੇ। ਪਹਿਲਾਂ ਕਹਿੰਦੇ ਨੇ ਅਸੀਂ ਆਈਕੋਨਿਕ ਸਿਟੀ ਬਣਾਵਾਂਗੇ, ਕਦੀ ਕਹਿੰਦੇ ਜਲੰਧਰ ਬਣਾ ਦਾਂਗੇ ਅੰਤਰਰਾਸ਼ਟਰੀ ਹਵਾਈ ਅੱਡਾ, ਪਤਾ ਨਹੀਂ ਕਿਹੜੀਆਂ ਜ਼ਮੀਨਾਂ ਨੇ ਇਹਨਾਂ ਦੀ, ਕਿੱਥੋਂ ਪੈਸੇ ਇਹਨਾਂ ਕੋਲ ਆਣੇ ਨੇ, ਖਜ਼ਾਨਾ ਕਹਿੰਦੇ ਖਾਲੀ ਆ। ਸੋ ਇਹ ਸਾਡੇ ਪੰਜਾਬ ਦੇ ਲੋਕ ਪਲੀਜ਼, ਮੈਂ ਫਿਰ ਕਿਰਪਾ ਕਰਦਾ, ਮੈਂ ਸੋਸ਼ਲ ਮੀਡੀਆ ਤੇ ਵੇਖਦਾ ਆ ਜਾਂਦਾ, ਅੱਜ ਥੱਲੇ ਲਿਖ ਰਹੇ ਨੇ ਬਹੁਤ ਵਧੀਆ ਜੀ ਫਲਾਈਟ ਸ਼ੁਰੂ ਨੇ, ਲੁਧਿਆਣੇ ਵੀ ਸ਼ੁਰੂ ਕਰਾਓ, ਜਲੰਧਰੋਂ ਸ਼ੁਰੂ ਕਰਾਓ। ਕਮਾਲ ਹੋ ਗਈ, ਪੰਜਾਬੀਆਂ ਨੂੰ ਨਜ਼ਰ ਨਹੀਂ ਆ ਰਿਹਾ 20 ਸਾਲ ਦਾ ਅੰਮ੍ਰਿਤਸਰ ਹਵਾਈ ਅੱਡਾ ਬਣਿਆ, ਆ ਤੁਹਾਡੇ 5 ਸਾਲ ਹੋ ਗਏ ਚੰਡੀਗੜ੍ਹ ਫਲਾਈਟਾਂ ਨਹੀਂ ਚੱਲਣ ਦੀਆਂ, ਕੋਈ ਇੱਕ ਵੀ ਨਹੀਂ ਚੱਲੀ ਇੰਟਰਨੈਸ਼ਨਲ, ਸਿਰਫ ਦੁਬਈ ਨੂੰ ਜਾਂਦੀ ਹੈ। ਸਾਡੇ ਪੰਜਾਬੀ ਕਿਉਂ ਨਹੀਂ ਗੱਲ ਸਮਝਦੇ, ਕਦੋਂ ਸਮਝਣਗੇ, ਕਦੋਂ ਇਕੱਠੇ ਹੋਣਗੇ? ਤੇ ਅੰਮ੍ਰਿਤਸਰ ਆਲਰੇਡੀ ਐਜ਼ ਅ ਸਕਸੈਸਫੁਲ 에ਅਰਪੋਰਟ ਪ੍ਰੂਵ ਹੋ ਗਿਆ, ਲੰਡਨ ਨੂੰ ਫਲਾਈਟ ਜਾ ਰਹੀ, ਬਰਮਿੰਘਮ ਨੂੰ ਜਾ ਰਹੀ ਹੈ, ਕੈਨੇਡਾ ਵਾਲੇ ਹਾਲੇ ਵੀ ਐਵੇਂ ਗੱਲਾਂ 'ਚ ਨਾਲ, ਹਲਵਾਰੇ ਤੋਂ ਫਲਾਈਟਾਂ ਕਦੋਂ ਚੱਲ ਜਾਣਗੀਆਂ? ਰਨਵੇ ਨਹੀਂ ਹੈਗਾ। 6 ਸਾਲ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਤਾਂ ਕੈਨੇਡਾ ਨੂੰ ਸਿੱਧਾ ਜਾਓ, ਉਹ ਰਨਵੇ ਛੋਟਾ ਸੀ, ਉੱਥੇ ਜਹਾਜ਼ ਵੱਡਾ ਲੈਂਡ ਹੀ ਨਹੀਂ ਹੋ ਸਕਦਾ। ਹੋਰ ਦੱਸੋ ਸੀਮਾ ਸਾਹਿਬ, ਉੱਥੇ ਇਮੀਗ੍ਰੇਸ਼ਨ ਦੀ ਫੈਸਿਲਿਟੀ ਨਹੀਂ ਸੀ ਬਣੀ ਹੋਈ। ਵੈਸੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪੰਜਾਬ ਦੇ ਵਿੱਚ ਤਾਂ ਕਈ ਇਦਾਂ ਦੇ ਇਲਾਕੇ ਨੇ ਉਹਨਾਂ ਨੇ ਕਦੇ ਏਸੀ ਡੱਬੇ 'ਚ ਚੜ੍ਹ ਕੇ ਨਹੀਂ ਦੇਖਿਆ, ਉੱਥੇ ਏਸੀ ਟ੍ਰੇਨ ਚਲਾ ਕੇ ਵੇਖਿਆ, ਏਸੀ ਟ੍ਰੇਨ ਚਲਾਤੀਆਂ ਮੁੜ ਕੇ ਬੰਦ ਕੀਤੀਆਂ। ਰੇਲ ਮਿਨਿਸਟਰ ਕਹਿੰਦਾ ਨਹੀਂ ਵਾ ਇੱਥੇ ਤਾਂ ਫਾਇਦਾ ਹੀ ਕੋਈ ਨਹੀਂ। ਹੁਣ ਪੰਜਾਬ 'ਚ ਥਾਂ ਜੇ ਤੁਸੀਂ 에ਅਰਪੋਰਟ ਬਣਾ ਦੋਗੇ, ਔਰ 에ਅਰਪੋਰਟ ਸਕਸੈਸਫੁਲ ਕਿੱਦਾਂ ਹੋਣਗੇ? ਖਰਚਾ ਕੌਣ ਕਰੂਗਾ? ਫੋਰਨ ਦਾ ਕਿਹੜਾ ਕੈਰੀਅਰ ਜਿੱਥੇ ਮਰਜ਼ੀ ਥੋੜਾ ਜਹਾਜ਼ ਉਤਾਰ ਦੇਗਾ। ਹਾਂ, ਨਿੱਕੇ ਜਿਹੜੇ ਜਹਾਜ਼ ਨੇ, ਮੈਂ ਖੁਦ ਟਰੈਵਲ ਕੀਤਾ, ਜਿਹੜੇ ਸਮਾਲ ਚੱਲਦੇ ਨੇ, ਜਿਹੜੇ 에ਅਰ ਫੋਰਸ ਦੇ ਸਟੇਸ਼ਨ ਤੇ ਜਿੱਥੇ ਉਤਰਨਾ ਪੈਂਦਾ, ਜਿੱਥੇ ਤੁਹਾਨੂੰ ਸੈੱਲਫੋਨ ਪਹਿਲਾਂ ਕਹਿੰਦੇ ਬੰਦ ਕਰ ਦਿਓ ਸੈੱਲਫੋਨ ਨਹੀਂ ਤਾਂ ਛੀਨ ਲਿਏ ਜਾਏਂਗੇ, ਉਹਦੇ 에ਅਰਪੋਰਟ ਤੇ ਜਾਣਾ ਪੈਂਦਾ, ਮੁੜ ਕੇ ਕਿੰਨਾ ਤੁਰ ਕੇ ਜਾਣਾ ਪੈਂਦਾ ਜੀ। ਉਹ 64 ਸੀਟਡ ਪਲੇਨ ਹੀ ਚੱਲ ਸਕਦੇ ਨੇ ਉੱਥੇ, ਪਰ ਲੋਕਾਂ ਨੂੰ ਸਭ ਜਵਾਬ ਦਿਖਾਇਆ ਜਾਂਦਾ। ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਤੇ 에ਅਰਪੋਰਟ ਹੋਏ, ਪਹਿਲਾਂ ਤੇ ਇਹਨਾਂ ਸ਼ਹੀਦੇ ਆਜਮ ਭਗਤ ਸਿੰਘ ਦੇ ਨਾਂ ਤੇ ਰਾਜਨੀਤੀ ਕਰਨੀ ਹੈ। ਹੋਰ ਇਸ ਤੋਂ ਇਲਾਵਾ ਇਹਨਾਂ ਨੇ ਕਹਿਣਾ ਨਹੀਂ ਜੀ ਹਰਿਆਣੇ ਵਾਲੇ ਮੰਨਦੇ ਨਹੀਂ, ਹਰਿਆਣੇ ਵਾਲਾ ਕਹਿਣਾ ਜੀ ਅਸੀਂ ਇਹਦੇ ਨਾਂ ਤੇ ਕਰਨਾ। ਫਿਰ ਹਲਵਾੜੇ ਵਾਲੀ ਜਿੱਦਾਂ ਤੁਸੀਂ ਗੱਲ ਕਹੀ, ਇਹਦਾ ਰੌਲਾ ਪਾ ਦਿੱਤਾ, ਪਹਿਲਾਂ ਆਦਮਪੁਰ ਵਾਲਾ ਵੀ ਰੌਲਾ ਪਾ ਦੇਣਾ, ਫਿਰ ਪਠਾਨਕੋਟ ਵਾਲਾ ਰੌਲਾ ਪਾ ਦੇਣਾ। ਇਹ ਰੌਲਾ ਜਾਣ-ਬੁੱਝ ਕੇ ਪਾਇਆ ਜਾਂਦਾ। ਫਿਰ ਕਿਹਾ ਜਾਂਦਾ ਕੈਨੇਡਾ, ਅਮਰੀਕਾ, UK, ਨਿਊਜ਼ੀਲੈਂਡ, ਆਸਟ੍ਰੇਲੀਆ, ਇੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਤੇ ਇਹਨਾਂ ਦੀ ਡਿਮਾਂਡ ਹੈ ਜੀ ਕਿ ਇਹਨਾਂ ਸਾਨੂੰ ਘਰ ਲਾਇਆ ਜਾਵੇ, ਸਾਡੇ ਪਿੰਡ ਹੀ 에ਅਰਪੋਰਟ ਬਣਾਤਾ ਜਾਵੇ। ਤੇ ਹੋ ਸਕਦਾ ਇਦਾਂ ਦੀ ਮੁਹਿੰਮ ਚਲਾ ਕੇ ਅੰਮ੍ਰਿਤਸਰ ਦੀ ਜਿਹੜੀ ਤੁਹਾਡੀ ਪਲਾਨ ਹੈ, ਇਹ ਤੇ ਕਿਸੇ ਤਰੀਕੇ ਨਾਲ ਇਹਨੂੰ ਸਾਈਡ ਲਾਈਨ ਕੀਤਾ ਜਾਵੇ। ਮੈਨੂੰ ਤੇ ਇਸ ਚੀਜ਼ ਦਾ ਸ਼ੱਕ, ਖਬਰ ਦੇਖਦੇ ਸਾਰ ਹੀ ਗੁਮਟਾਲਾ ਸਾਹਿਬ ਪੈ ਗਿਆ ਸੀਗਾ, ਤੇ ਇਹਦੇ ਵਾਸਤੇ ਕੀਤਾ ਕੀ ਜਾਵੇ ਦੱਸੋ? ਇਸ ਤਰ੍ਹਾਂ ਜੀ ਕਿ ਦਿੱਲੀ ਨੂੰ ਕਈ ਲੋਕੀ ਪਹਿਲਾਂ ਬਲੇਮ ਦਿੰਦੇ, ਦਿੱਲੀ ਨਹੀਂ ਚੱਲਣ ਦਿੰਦਾ, ਸਾਰੇ ਦਿੱਲੀ ਨੂੰ ਬਲੇਮ ਕਰ ਰਹੇ ਨੇ। ਹੁਣ ਸਾਰਿਆਂ ਨੂੰ ਸਮਝ ਆ ਰਹੀ ਹੈ ਤੁਹਾਡੇ ਸਾਹਮਣੇ, ਜਿਸ ਤਰ੍ਹਾਂ ਅਸੀਂ ਤੁਹਾਡੇ ਥਰੂ ਵੀ ਕਿਹੜੀ ਗੱਲ ਪਹੁੰਚਾ ਰਹੇ ਹਾਂ ਕਿ ਇਹ ਰੇਲੀ ਦਿੱਲੀ ਉਹ ਕੰਮ ਕਰ ਰਹੀ ਹੈ। ਅੰਮ੍ਰਿਤਸਰ ਕਾਰਗੋ ਕੰਪਲੈਕਸ ਬਣਿਆ ਜੀ ਪੂਰਾ, ਕੀ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ? ਸੋ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕਰ ਰਹੇ ਜੇ, ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਇਹਨਾਂ ਨੇ ਅੰਮ੍ਰਿਤਸਰ ਵਾਲਿਆਂ ਨੇ ਵਿਗਾੜਿਆ ਕੀ ਹੈ। ਚਲੋ ਮੰਨ ਲੈਂਦੇ ਆ, ਚੰਡੀਗੜ੍ਹ ਕੋਸ਼ਿਸ਼ ਕਰੋ ਜੀ, ਚਲੋ ਠੀਕ ਹੈ। ਕੀ ਜਦੋਂ ਤੁਹਾਡੀ ਮੀਟਿੰਗ ਹੋਈ ਹੈ, ਟਵੀਟ ਕਰ ਰਹੇ ਨੇ ਪੰਜਾਬ ਸਰਕਾਰ, ਫੇਸਬੁੱਕ ਦੀ ਪੰਜਾਬ ਸਰਕਾਰ ਕਰ ਰਹੀ ਚੰਡੀਗੜ੍ਹ ਹਵਾਈ ਅੱਡੇ ਸੰਬੰਧੀ, ਕਮਾਲ ਹੋ ਗਈ। ਚੰਡੀਗੜ੍ਹ ਦੇ ਨਾਲ ਅੰਮ੍ਰਿਤਸਰ ਲਿਖਣ ਲੱਗਿਆ, ਉਹਨਾਂ ਨੂੰ 5 ਅੱਖਰ ਨੇ ਜਿਹੜੇ ਵਰਡ ਨੇ, ਉਹ ਕੀ ਗੱਲ ਉਹਨਾਂ ਨੂੰ ਭੁੱਲ ਜਾਂਦੇ ਨੇ। ਸੋ ਇਹ ਗੱਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਹੋਈ ਸੀ, ਫਿਰ ਅਸੀਂ ਥੋੜਾ ਰੌਲਾ ਪਾਇਆ ਤੇ ਘੱਟੋ ਘੱਟ ਅੰਮ੍ਰਿਤਸਰ ਐਡ ਕਰ ਦਿੰਦੇ ਸੀ। ਹੁਣ ਬਿਊਰੋਕਰੇਟ ਬੈਠੇ ਨੇ, ਲੱਗਦਾ ਦਿੱਲੀ ਬੈਠੇ ਨੇ, ਚੰਡੀਗੜ੍ਹ ਬੈਠੇ ਨੇ, ਪਤਾ ਨਹੀਂ ਉਹਨਾਂ ਨੂੰ ਕੀ ਲੱਭ ਰਿਹਾ ਕਿਸ ਤਰ੍ਹਾਂ। ਬਹੁਤ ਹੀ ਦੁੱਖ ਵਾਲੀ ਗੱਲ ਹੈ ਜੀ। ਉੱਥੇ ਅਸੀਸਾਂ ਲੈਣ ਅਸੀਂ ਗੁਰੂ ਕੋਲ ਆਉਂਦੇ ਹਾਂ, ਪਰ ਜਦੋਂ ਗੁਰੂ ਕੋ ਮੰਗਣ ਆਉਂਦੇ ਆ, ਦਰਬਾਰ ਸਾਹਿਬ ਜਾਂਦੇ ਆ ਮੰਗਣ ਆਉਂਦੇ ਆ, ਜਦੋਂ ਦੇਣ ਦੀ ਗੱਲ ਆਉਂਦੀ ਹੈ ਤੇ ਕਹਿੰਦੇ ਸਾਰਾ ਕੁਝ ਉੱਧਰ ਹੀ ਦੇ ਦਈਏ। ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਪੰਜਾਬ ਦਾ ਹਿੱਸਾ ਚੰਡੀਗੜ੍ਹ 에ਅਰਪੋਰਟ ਸਿਰਫ 24% ਹੈਗਾ, ਬਾਕੀ ਹਰਿਆਣੇ ਦਾ ਵਾ। ਤੇ ਉਹਨਾਂ ਨੂੰ ਪਾਣੀ ਦਾ ਗੱਲ ਦੇਣ ਨੂੰ ਤਿਆਰ ਹੋਣਗੇ ਤੇ ਫਲਾਈਟਾਂ ਅਸੀਂ ਉੱਧਰ ਨੂੰ ਚਲਾ ਦਈਏ। ਤੇ ਸੋ ਇਹ ਗੱਲ ਬਹੁਤ ਹੀ ਨਿੰਦਣਯੋਗ ਹੈ। ਮੈਂ ਕਦੀ ਇਹਨਾਂ ਸਰਕਾਰ ਦੇ ਅਸੀਂ ਹਮੇਸ਼ਾ ਉਹਨਾਂ ਦਾ ਧੰਨਵਾਦੀ ਕਰਦੇ ਹਾਂ, ਪਰ ਜਿਸ ਹਿਸਾਬ ਨਾਲ ਅਗਰੈਸਿਵਲੀ ਸਿਰਫ ਚੰਡੀਗੜ੍ਹ ਦੀ ਗੱਲ ਕਰ ਰਹੇ ਨੇ, ਇਹਦੇ ਨਾਲ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਦੁੱਖ ਪਹੁੰਚਿਆ ਵਾ। ਵਿਦੇਸ਼ ਚ ਕੈਨੇਡਾ ਦੀ ਪਾਰਲੀਮੈਂਟ ਚ ਹੋ ਰਿਹਾ, ਅੰਮ੍ਰਿਤਸਰ ਦੀ ਗੱਲ ਹੋ ਰਹੀ ਨੇ। ਤੇ ਮਾਨ ਸਾਹਿਬ ਦੇ ਜਿਹੜੇ ਸੁਣਨ ਵਾਲੇ ਨੇ ਆਮ ਆਦਮੀ ਪਾਰਟੀ ਤੇ, ਮੈਨੂੰ ਉਹਨਾਂ ਦੀ ਅਪੀਲ ਹੈ ਕਿ ਉਹਨਾਂ ਕੋਲ ਕੈਨੇਡਾ ਵਿੱਚ ਈਵਨ ਇੰਗਲੈਂਡ ਦੇ MP ਜਿਹੜੇ ਸਨ ਤਨ ਢੇਸੀ ਸਾਰਿਆਂ ਨੇ, ਉਹ ਅੰਮ੍ਰਿਤਸਰ ਦੀ ਗੱਲ ਕਰ ਰਹੇ ਨੇ ਕਿ ਉੱਧਰ ਫਲਾਈਟਾਂ, ਉੱਧਰ ਡਿਮਾਂਡ ਹੈਗੀ ਹੈ। ਤੇ ਸਾਡੇ ਜਿਹੜੇ ਮਾਨ ਸਾਹਿਬ ਨੇ, ਪੰਜਾਬ ਦਾ ਮਾਨ ਕਹਿ ਲਓ ਜੋ ਵੀ ਹੈ, ਹੁਣ ਉਹ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰੇ ਨੇ। ਜੇਕਰ ਕੋਈ ਉਹਨਾਂ ਦੇ ਸੁਣਨ ਵਾਲੇ ਨੇ, ਪਲੀਜ਼ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਓ ਕਿ ਅੰਮ੍ਰਿਤਸਰ ਨੂੰ ਨਾ ਭੁੱਲੋ। ਇਹ ਗੁਰੂ ਦੀ ਨਗਰੀ, ਕੱਲਾ ਗੁਰਦੁਆਰੇ ਨਹੀਂ, ਉੱਥੇ ਮੰਦਿਰ ਵੀ ਨੇ, ਦੁਰਗਿਆਣਾ ਮੰਦਿਰ, ਰਾਮ ਤੀਰਥ, ਸਾਰਾ ਕੁਝ ਹੈ। ਇਹ ਸਾਰਿਆਂ ਦਾ ਸਾਂਝਾ ਕੇਂਦਰ ਹੈ। ਤੇ ਆਓ ਤੁਸੀਂ ਉਹਨੂੰ ਨਾ ਭੁੱਲੋ ਤੇ ਉਹਦੇ ਲਈ ਕੋਸ਼ਿਸ਼ ਕਰੋ ਕਿ ਜਿਹੜੀ ਐਫਰਟਸ ਹੋ ਰਹੀਆਂ ਨੇ, ਸਾਰੇ ਰੇਡੀਓ ਚੈਨਲ ਤੁਹਾਡੇ ਦੇ ਵੀ ਇੰਟਰਵਿਊ ਹੋ ਰਹੀਆਂ, ਸਾਰਾ ਗੱਲਬਾਤ ਹੋ ਰਹੀ ਹੈ ਕਿ ਕੈਨੇਡਾ ਤੋਂ ਜਿਹੜੀ ਫਲਾਈਟ ਚੱਲ ਸਕਦੀਆਂ ਨੇ। 28 ਫਲਾਈਟਾਂ ਅੰਮ੍ਰਿਤਸਰ ਆਈਆਂ, 8500 ਬੰਦਾ ਉੱਥੋਂ ਆਇਆ।
ਚੰਡੀਗੜ੍ਹੋਂ ਠੀਕ ਹੈ ਚਲਾਣਾ, ਬਾਅਦ 'ਚ ਚਲਾ ਲਿਓ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਡਿਫੈਂਸ ਏਅਰਪੋਰਟ ਆ, ਕੈਟ 2 ਸਿਸਟਮ ਲੱਗਾ ਉੱਥੇ, ਧੁੰਦ ਹੋਏਗੀ 2 ਮਹੀਨੇ ਫਲਾਈਟਾਂ ਉੱਥੇ ਚੱਲਦੀਆਂ ਨੇ ਇੰਟਰਨੈਸ਼ਨਲ, ਤੁਸੀਂ ਪਹਿਲਾਂ ਅੰਮ੍ਰਿਤਸਰ ਨੂੰ ਚਲਾ ਲਓ, ਬਾਅਦ 'ਚ ਉੱਥੋਂ ਚਲਾ ਲਿਓ। ਇਹ ਨਹੀਂ ਸੀਮਾ ਸਾਹਿਬ ਕਿ ਮੈਂ ਅੰਮ੍ਰਿਤਸਰ ਤੋਂ ਹੈਗਾ ਜਾਂ ਸਾਨੂੰ ਉਹਦੇ ਨਾਲ ਕੋਈ ਖਾਸ ਗੱਲ ਹੈ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਚੰਡੀਗੜ੍ਹ ਵੀ ਹੋਵੇ ਪ੍ਰਮੋਟ, ਪਰ ਕਿਉਂ ਅੰਮ੍ਰਿਤਸਰ ਨੂੰ ਕਿਉਂ ਇਗਨੋਰ ਕਰ ਰਹੇ ਨੇ? ਸੋ ਇਹ ਸਾਡੀ ਜਿਹੜੀ ਗੱਲ ਹੈ, ਇਹ ਸਾਨੂੰ ਹਾਲੇ ਵੀ ਸਮਝ ਨਹੀਂ ਆ ਰਹੀ। 3 ਸਾਲ ਹੋ ਗਏ ਨੇ ਚੀਮਾ ਸਾਹਿਬ ਬੱਸਾਂ ਦਾ, ਰਾਜਾ ਵੜਿੰਗ ਆਏ, ਮੈਂ ਦਿੱਲੀ ਨੂੰ ਬੱਸਾਂ ਚਲਾ ਦੇਣੀਆਂ, ਯੂਏ ਨੂੰ ਸਾਡੀਆਂ ਰੋਜ਼ ਦੀਆਂ 4 ਫਲਾਈਟਾਂ ਜਾਂਦੀਆਂ, ਇਹਨਾਂ ਦੀ ਕੋਸ਼ਿਸ਼ ਹੈ ਬੱਸਾਂ ਚਲਾ ਕੇ ਨਾ ਜਿਹੜੇ ਮੁੰਡੇ ਯੂਏ 'ਚ ਜਾਂ ਕੰਮ ਕਰਨ ਵਾਲੇ ਜਾਂਦੇ ਨੇ ਉਹਨਾਂ ਨੂੰ ਸਸਤੀਆਂ ਬੱਸਾਂ 300 ਰੁਪਏ ਚਲਾਓ ਜੀ, ਦਿੱਲੀ ਨੂੰ ਲੈ ਜਾਓ ਜੀ, ਉਹ ਵੀ ਇਹਨਾਂ ਨੂੰ ਲੱਗਦਾ ਫਲਾਈਟਾਂ ਸਾਡੀਆਂ ਬੰਦ ਕਰਾ ਦੇਣੀਆਂ। ਕੋਈ ਕੰਮ ਨਹੀਂ ਹੋ ਰਿਹਾ, ਟੂਰਿਜ਼ਮ ਮਹਿਕਮਾ ਕੋਈ ਧਿਆਨ ਨਹੀਂ ਦੇ ਰਿਹਾ। ਇਹ ਗੁਰੂ ਸਾਹਿਬ ਦੇ ਆਸਰੇ, ਅਰਦਾਸ ਦੇ ਆਸਰੇ ਸਾਰਾ ਸ਼ਹਿਰ ਚੱਲ ਰਿਹਾ, ਟੂਰਿਸਟ ਆਪਣੇ ਆਪ ਆ ਰਹੇ ਨੇ, ਖੱਜਲ ਖਵਾਰੀ ਹੋ ਰਹੀ ਹੈ, ਸਨੈਚਿੰਗਸ ਹੋ ਰਹੀਆਂ ਨੇ, ਮਰਡਰ ਹੋ ਰਹੇ ਨੇ। ਸੋ ਮਾਫ ਕਰਨਾ, ਮੈਂ ਕੁਝ ਜ਼ਿਆਦਾ ਹੀ ਬਿਲਕੁਲ ਜੀ, ਕੋਈ ਗੱਲ ਨਹੀਂ, ਇਹ ਗੱਲ ਤੁਹਾਡੇ ਦਿਲ ਦੀ ਗੱਲ ਹੈ ਜੀ, ਔਰ ਸਾਡੇ ਵੀ ਉਹੀ ਦਿਲ ਦੀ ਗੱਲ ਹੈ। ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਤਾਂ ਕਿ ਫਲਾਈਟਸ ਜਿਹੜੀਆਂ ਦੀ ਜਿਹੜੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਕਿਸੇ ਤਰੀਕੇ ਨਾਲ ਉਹਨਾਂ ਤੇ ਮਿੱਟੀ ਪਾਈ ਜਾਵੇ ਜਾਂ ਲੋਕਾਂ ਦਾ ਧਿਆਨ ਵਟਾਇਆ ਜਾਏ। ਇਹ ਖਬਰ ਜੀ ਬੜੀ ਕੁਝ ਚਿਰ ਹੋ ਗਿਆ, ਖਬਰ ਬਾਰੇ ਚਰਚਾ ਨਹੀਂ ਕਿਸੇ ਨੇ ਕੀਤੀ। ਦਿੱਲੀ ਹਵਾਈ ਅੱਡੇ ਤੇ ਇਹ ਬੜੀ ਹੈਰਾਨੀ ਗੱਲ ਜੀ, ਇੱਕ ਔਰਤ ਨੂੰ ਦੌਰਾ ਪੈ ਗਿਆ, ਬੋਰਡਿੰਗ ਜਾਂ ਗੇਟ ਦੇ ਬਿਲਕੁਲ ਫਰਸ਼ ਤੇ ਡਿੱਗੀ ਪਈ ਹੈ ਤੇ 에ਅਰ ਇੰਡੀਆ ਵਾਲੇ ਜਿਹੜਾ ਸਟਾਫ ਹੈ ਉਹ ਸਵਾਰੀ ਨੂੰ ਚੜ੍ਹ ਨਹੀਂ ਦੇ ਰਿਹਾ। ਆਮ ਤੌਰ ਤੇ ਗੁਮਟਾਲਾ ਸਾਹਿਬ ਕਿਹਾ ਜਾਂਦਾ ਅੰਮ੍ਰਿਤਸਰ ਦਾ ਸਟਾਫ ਨਹੀਂ ਚੰਗਾ, ਇਸ ਕਰਕੇ ਦਿੱਲੀ ਦਾ ਸਟਾਫ ਬਹੁਤ ਚੰਗਾ ਹੈ। ਦਿੱਲੀ ਦਾ ਸਟਾਫ ਵਾਲਾ ਤਾਂ ਸਾਨੂੰ ਜੀ ਬਿਲਕੁਲ ਪਲਕਾਂ ਤੇ ਬਿਠਾ ਲੈਂਦਾ ਹੈ, ਸਾਨੂੰ ਤਾਂ ਬੁੱਕੇ ਦਿੰਦਾ ਜਦੋਂ ਜਹਾਜ਼ ਤੋਂ ਉਤਰਦੇ। ਮੈਂ ਇੱਕ ਬੰਦੇ ਕੋਲ ਸੁਣਿਆ, ਪਤਾ ਨਹੀਂ ਅੱਜ ਤੱਕ ਮੈਨੂੰ ਤਾਂ ਕੋਈ ਬੁੱਕੇ ਵਗੈਰਾ ਨਹੀਂ ਮਿਲੇ, ਸ਼ਾਇਦ ਇਹਨਾਂ ਨੂੰ ਮਿਲੇ ਹੁਣ ਜਿਹੜੇ ਇੱਥੋਂ ਜਾਂਦੇ ਨੇ ਵੈਨਕੂਵਰ ਤੋਂ, ਸਰੀ ਤੋਂ। ਸਾਡਾ ਤਾਂ ਸਵਾਗਤ ਬੜਾ ਹੁੰਦਾ, ਸਵਾਗਤ ਹੁੰਦਾ ਹੈ। ਅੰਮ੍ਰਿਤਸਰ ਸਾਡੀ ਸਮਾਨ ਦੀ ਤਲਾਸ਼ੀ ਹੁੰਦੀ ਹੈ, ਉਹਦੇ ਚੋਂ ਜੀ ਸਾਡੇ ਕੱਪੜੇ ਸਾਰੇ ਚੈੱਕ ਕਰ ਲੈਂਦੇ ਨੇ, ਸਾਡੇ ਸੈਂਟ ਸੁੰਟ ਚੈੱਕ, ਐਵੇਂ ਗੱਲਾਂ ਨਹੀਂ ਵੀ ਚੈੱਕ ਕਰਨਾ ਤਾਂ ਉਹਦੀ ਡਿਊਟੀ, ਚੈੱਕ ਉੱਥੇ ਵੀ ਕਰ ਸਕਦੇ ਨੇ, ਉਹ ਤਾਂ ਰੈਂਡਮ ਚੈੱਕ ਹੁੰਦਾ ਨਾ, ਸਭ ਨੂੰ ਪਤਾ ਹੀ ਹੈ ਜੀ। ਪਰ ਇਹ ਕਹਾਣੀ ਤਾਂ ਜੀ ਹੁਣ ਜਿਹੜੀ ਬੋਰਡਿੰਗ ਗੇਟ ਤੇ ਲੇਡੀ ਲਿਟੀ ਪਈ ਉਹਨੂੰ ਚੜ੍ਹ ਨਹੀਂ ਦਿੱਤਾ ਗਿਆ। ਦੇਖੋ ਜੀ ਹਵਾਈ ਜਹਾਜ਼ ਕਾਫੀ ਟਾਈਮ ਹੁੰਦਾ ਜੀ, ਥੋੜਾ ਡਿਲੇ ਹੋ ਗਿਆ ਹੋਣਾ ਉਹ ਵਿਚਾਰੀ ਵਾਸਤੇ। ਹੁਣ ਸਟਾਫ ਕੁਝ ਵੀ ਕਹਿ ਰਿਹਾ, ਜ਼ਰੂਰ ਇਸ ਬਾਰੇ ਗੱਲ ਦੱਸੋ ਵੀ ਅੰਮ੍ਰਿਤਸਰ ਦਾ ਜਦੋਂ ਕੰਪੈਰੀਜ਼ਨ ਕਰਦੇ ਹਾਂ ਅਸੀਂ ਦਿੱਲੀ ਏਅਰਪੋਰਟ ਨਾਲ, ਤੇ ਇਦਾਂ ਦੀਆਂ ਘਟਨਾਵਾਂ ਨੂੰ ਅਸੀਂ ਅੱਖੋਂ ਪਰੋਲੇ ਕਿਉਂ ਕਰ ਦਿੰਦੇ ਹਾਂ ਕਿ ਦਿੱਲੀ ਏਅਰਪੋਰਟ ਸਭ ਕੁਝ ਸਹੀ ਹੁੰਦਾ? ਘਟਨਾਵਾਂ ਤਾਂ ਮੈਨੂੰ ਵੀ ਬਹੁਤ ਸਾਰੀਆਂ ਯਾਦ ਆ ਰਹੀਆਂ ਨੇ, ਮੈਂ ਵੀ ਸਾਂਝੀਆਂ ਕਰਾਂਗਾ। ਹਾਂਜੀ, ਤੁਸੀਂ ਗੁਮਟਾਲਾ ਜੀ ਦੱਸੋ ਇਹਦੇ ਬਾਰੇ। ਹਾਂਜੀ ਜੀ, ਇਨਸੀਡੈਂਟ ਬੜਾ ਵਾਇਰਲ ਹੋਇਆ ਤੇ 에ਅਰ ਇੰਡੀਆ ਨੇ ਉਹਦਾ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਲੇਟ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਡਾਕਟਰੀ ਸਹਾਇਤਾ ਦਾ ਵੀ ਉਸ ਤੋਂ ਬਾਅਦ ਉਹਨਾਂ ਨੂੰ ਦਿੱਤਾ ਗਈ ਸੀ ਤੇ ਜੋ ਵੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ। ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਦੋਂ ਕੋਈ ਅੰਮ੍ਰਿਤਸਰ ਕਿਸੇ ਦਾ ਲਗੇਜ ਖੁੱਲਾ ਆ ਜਾਂਦਾ ਹੈ, ਮੈਨੂੰ ਐਕਚੁਅਲੀ ਮੈਂ ਤੁਹਾਡੇ ਨਾਲ ਅਮਰੀਕਾ ਤੋਂ ਗੱਲ ਕਰ ਰਿਹਾ ਜੀ, ਸਾਡਾ ਕੋਈ 에ਅਰਪੋਰਟ ਨਾਲ ਕੋਈ ਸੰਬੰਧ ਨਹੀਂ, ਨਾ ਮੇਰੀ ਕੋਈ ਟਰੈਵਲ ਏਜੰਸੀ ਹੈ, ਠੀਕ ਹੈ। ਪਰ ਮੈਨੂੰ ਜਦੋਂ ਸਵੇਰੇ ਉੱਠਦਾ ਮੈਨੂੰ ਬਹੁਤ ਲੋਕਾਂ ਨੇ ਮੈਸੇਜ ਪਾਏ ਹੁੰਦੇ ਨੇ, ਸੋਸ਼ਲ ਮੀਡੀਆ ਤੇ ਪਾਇਆ ਹੁੰਦਾ ਅੰਮ੍ਰਿਤਸਰ ਚੋਰ, ਉਹ ਕਈ ਬੰਦੇ ਥੱਲੇ ਲਿਖਦੇ ਨੇ ਕਿ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਹਿਰ ਹੈ ਉਹਦੇ ਨਾਲ ਲੱਗਿਆ, ਤੁਸੀਂ ਚੋਰ ਕਹੀ ਜਾਂਦੇ ਜੇ ਅੰਮ੍ਰਿਤਸਰ ਚੋਰ, ਕਮਾਲ ਹੋ ਗਈ ਹੈ। ਸੋ ਸਾਡੇ ਪੰਜਾਬੀਆਂ ਨੂੰ ਥੋੜੀ ਜਿਹੀ ਆਪਣੀ ਫੀਲਿੰਗਸ ਨੇ, ਇਮੋਸ਼ਨਸ ਨੇ ਨਾ, ਜਿੱਦਾਂ ਤੁਸੀਂ ਦੱਸਿਆ ਇਮੋਸ਼ਨਸ ਨਾਲ ਖੇਡਿਆ ਜਾਂਦਾ ਹੈ ਤੇ ਖੇਡ ਕੇ ਬਾਅਦ ਚ ਜਿੱਦਾਂ ਹੁਣ 에ਅਰਪੋਰਟ ਦਾ ਕਹਿ ਰਹੇ ਨੇ, ਇਸੇ ਤਰ੍ਹਾਂ ਉਹ ਇੰਨੇ ਜ਼ਿਆਦਾ ਇਮੋਸ਼ਨ ਸ਼ੋ ਕਰਦੇ ਨੇ, ਕਹਿੰਦੇ ਅਸੀਂ ਜਾਣਾ ਨਹੀਂ ਹੈ। ਕੀ ਤੁਹਾਡੇ ਪੰਜਾਬ ਚ ਆ ਕੇ ਕਦੀ ਤੁਹਾਡੀ ਸਟੈਚਿੰਗ ਨਹੀਂ ਹੁੰਦੀ, ਤੁਹਾਡੇ ਕਦੀ ਪਰਸ ਚੋਰੀ ਨਹੀਂ ਹੋਏ? ਤੁਸੀਂ ਪੰਜਾਬ ਆਣਾ ਛੱਡ ਦਿੰਦੇ ਜੇ? 에ਅਰਪੋਰਟ ਤੇ ਸਮੱਸਿਆਵਾਂ ਆਉਂਦੀਆਂ ਜਿੰਨੀ ਮੈਨੂੰ ਆਈਆਂ 2002 ਵਿੱਚ 3 ਵਿੱਚ ਜਦੋਂ ਹਾਲੇ 에ਅਰਪੋਰਟ ਦਾ ਨਵਾਂ ਟਰਮੀਨਲ ਨਹੀਂ ਸੀ ਬਣਿਆ, ਉਹ ਕਿਸੇ ਨੂੰ ਨਹੀਂ ਆਈਆਂ ਹੁਣ। ਸੋ ਜਦੋਂ ਕੋਈ ਆ ਜਾਂਦਾ ਲੱਗੇ, ਸਾਨੂੰ ਲੋਕਾਂ ਨੇ ਮੇਰੇ ਪੇਜ ਤੇ ਸਾਡਾ ਪੇਜ ਇੱਕ ਵਲੰਟੀਅਰ ਪੇਜ ਹੈ ਜੀ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਉੱਤੇ ਬਹੁਤ ਹੀ ਗੰਦੀ ਲੈਂਗੁਏਜ ਲਿਖੀ ਹੁੰਦੀ ਹੈ ਤੇ ਪਰ ਚਲੋ ਚੰਗੀ ਗੱਲ ਹੈ, ਨਾਲ ਚੰਗੀ ਵੀ ਮਿਲਦੀ ਹੈ, ਕਿਸੇ ਵੇਲੇ ਲੋਕ ਐਪਰੀਸ਼ੀਏਟ ਕਰ ਰਹੇ ਨੇ। ਪਰ ਇਹ ਕੁਝ ਥੋੜੇ ਹੁੰਦੇ ਨੇ ਪਰਸੈਂਟੇਜ, ਜਿਹਨਾਂ ਨੂੰ ਲੱਗਦਾ ਹੈ ਕਿ ਕੀ ਹੋ ਗਿਆ ਜਾਂ ਕਿਸ ਤਰ੍ਹਾਂ ਹੋ ਗਿਆ। ਤੇ ਤੁਹਾਨੂੰ ਅਸੀਂ ਅਮਰੀਕਾ ਜਦੋਂ ਆਉਣਾ ਜੀ, ਮੇਰੇ ਕੋਈ ਰਿਲੇਟਿਵ ਵੀ ਆਉਂਦੇ ਵਿਜ਼ਿਟਰ ਵੀਜ਼ਾ, ਕਿਉਂ ਆਏ ਜੇ, ਬੜੇ ਉਹ ਇਹਨੇ ਪੋਲਾਈਟਲੀ ਨਹੀਂ ਬੋਲਦੇ ਇਮੀਗ੍ਰੇਸ਼ਨ ਵਾਲੇ, ਕਿਉਂ ਆਏ ਜੇ, ਕਿੱਥੇ ਜਾ ਰਹੇ, ਵੇਅਰ ਯੂ ਗੋਇੰਗ, ਵਾਈ ਆਰ ਯੂ ਕਮਿੰਗ, ਇਸ ਤਰ੍ਹਾਂ ਗੱਲਾਂ ਕਰਦੇ ਨੇ। ਉਹ ਸਾਡੇ ਬੰਦੇ ਨੂੰ ਬੁਰੀ ਨਹੀਂ ਲੱਗਦੀ, ਪਰ ਜਦੋਂ ਉੱਥੇ ਇਮੀਗ੍ਰੇਸ਼ਨ ਵਾਲਾ ਸਤਿ ਸ਼੍ਰੀ ਅਕਾਲ ਨਾ ਬੁਲਾਵੇ ਜਾਂ ਮਾੜਾ ਪੁੱਛ ਲਵੇ ਕਿਉਂ ਆਇਆ ਬਈ, ਇਹ ਕਿੱਧਰ ਆ ਬਈ, ਉਹ ਕਹਿੰਦਾ ਤੂੰ ਬੋਲਦਾ ਕਿੱਦਾਂ ਬਈ। ਸੋ ਇਸ਼ੂਜ਼ ਹੈਗੀਆਂ ਨੇ ਸੀਮਾ ਸਾਹਿਬ, ਇਸ਼ੂਜ਼ ਜਿਹੜੀਆਂ ਨੇ ਹੁਣ ਪਾਰਕਿੰਗ ਦੀ ਬੜੀ ਇਸ਼ੂ ਆ ਰਹੀ ਹੈ। 55 ਰੁਪਏ ਰੇਟ ਆ ਪਾਰਕਿੰਗ ਵਾਲੇ, ਸਾਰੇ ਕੋਲ 60 ਰੁਪਏ ਲਈ ਜਾ ਰਹੇ ਨੇ। ਅਸੀਂ ਵੀਡੀਓਜ਼ ਦੇ ਦਿੱਤੀਆਂ ਨੇ, ਡਾਇਰੈਕਟਰ ਨੂੰ ਸਭ ਕੁਝ ਦੇ ਰਹੇ ਹਾਂ, ਪਰ ਲੋਕਾਂ ਨੂੰ ਵੀ ਅਵੇਅਰ ਹੋਣਾ ਪਏਗਾ ਕਿ ਜਦੋਂ 60 ਮੰਗਦੇ ਨੇ, ਅਸੀਂ ਇੰਨਾ ਦੱਸ ਦਿੱਤਾ ਵਾ, ਤੁਸੀਂ ਫਿਰ 60 ਕਿਉਂ ਦੇ ਰਹੇ ਜੇ? ਹੁਣ ਪਿਕਅਪ ਡ੍ਰੌਪਸ ਕੋਈ ਫੀਸ ਨਹੀਂ ਹੈਗੀ, ਫਿਰ ਵੀ ਪੈਸੇ ਲਈ ਜਾ ਰਹੇ ਨੇ। ਇਸ਼ੂਜ਼ ਹੈਗੀਆਂ ਨੇ ਸੀਮਾ ਸਾਹਿਬ, ਦਿੱਲੀ ਵੀ ਹੈਗੀਆਂ ਨੇ ਇਸ਼ੂਜ਼, ਵੀਡੀਓ ਭਰੇ ਪਏ ਨੇ, ਉੱਥੇ SpiceJet ਦੀ ਫਲਾਈਟ ਦਾ ਇੱਕ ਵੀਡੀਓ ਬਹੁਤ ਵਾਇਰਲ ਹੈ। ਸੋ ਇਹ ਚੀਜ਼ਾਂ ਹੈਗੀਆਂ ਨੇ, ਪਰ ਸਾਨੂੰ ਪੰਜਾਬੀਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅੰਮ੍ਰਿਤਸਰ ਤੇ ਬੜਾ ਜੀ ਸਾਰਾ ਟੈਕਸੀ। ਮੇਰੇ ਆਪਣੇ ਸ਼ਹਿਰ, ਮੈਂ ਡੇਟਨ ਰਹਿਣਾ ਜੀ, ਜਦੋਂ ਮੈਂ ਗੱਲ ਕਰਦਾ ਹਾਂ ਉਹਨਾਂ ਨਾਲ, ਮੈਨੂੰ ਕਹਿਣਗੇ ਕਿ ਮੈਂ ਕਿਹਾ ਤੁਸੀਂ ਅੰਮ੍ਰਿਤਸਰ ਕਿਉਂ ਨਹੀਂ ਜਾਂਦੇ, ਕਈ ਲੋਕ ਜਲੰਧਰ ਦੇ ਨੇ, ਕਹਿੰਦੇ ਜੀ ਉਹ ਕਨੈਕਟਿੰਗ ਫਲਾਈਟ ਪਹਿਲਾਂ ਇੱਧਰ ਨੂੰ, ਮੈਂ ਕਿਹਾ ਠੀਕ ਹੈ, ਮੈਂ ਕਿਹਾ ਉੱਥੇ ਵੀ 8 ਘੰਟੇ ਵੇਟ ਕਰਦੇ, 9 ਘੰਟੇ ਲਾ ਕੇ। ਕਹਿੰਦੇ ਜੀ ਦੂਜੀ ਗੱਲ ਜੀ
ਉਹ ਇਮੀਗ੍ਰੇਸ਼ਨ ਵਾਲੇ ਸਵਾਲ ਬੜੇ ਪੁੱਛਦੇ ਆ ਤੇ ਜਾਂ ਕਸਟਮ ਵਾਲੇ ਉਹ ਸਮਾਨ ਪੁੱਛਣਗੇ ਕਿਹੜਾ ਲੈ ਕੇ ਆਏ ਜੇ। ਦਿੱਲੀ ਸਾਨੂੰ ਪੁੱਛਦੇ, ਦਿੱਲੀ 'ਚ ਕਰੋੜਾਂ ਲੋਕ ਜਾਂਦੇ ਨੇ, ਪੁੱਛਦੇ ਨੇ 19% ਹੀ ਹੈ ਪਰ ਉਸ ਦਾ ਘੱਟ ਹੈ। ਤੇ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਡਰ ਕਾਹਦਾ ਜੇ ਪੁੱਛ ਲੈਂਦੇ ਨੇ, ਤੁਹਾਡੇ ਕੋਲ ਸਮਾਨ ਕੋਈ ਤੁਸੀਂ ਗਲਤ ਪਾਇਆ ਟੈਚੀ 'ਚ, ਜੇ ਕਹਿਣ ਵੀ ਦੇਣਗੇ ਖੋਲ ਦਿਓ ਤੇ ਖੋਲ ਕੇ ਵਿਖਾ ਦਿਓ। ਸੋ ਇਹ ਜਿਹੜੀਆਂ ਪੰਜਾਬੀਆਂ ਨੂੰ ਅਸੀਂ ਉੱਦਾਂ ਦਿੱਲੀ ਨੂੰ ਕਹਿੰਦੇ ਜੀ ਇਹ ਹੋ ਗਿਆ ਜਦੋਂ ਕਿਸਾਨ ਅੰਦੋਲਨ ਹੋਇਆ ਸਾਨੂੰ ਕਹਿੰਦੀ ਨਹੀਂ, ਪਰ ਜਦੋਂ ਇਹ ਕੁਝ ਫਲਾਈਟਾਂ ਅਸੀਂ ਸ਼ੁਰੂ ਕਰਵਾ ਰਹੇ ਹਾਂ ਤੇ ਜਦੋਂ ਉਹ ਫਿਰ ਲੋਕੀ ਕਹਿੰਦੇ ਅਸੀਂ ਤੇ ਦਿੱਲੀ ਜਾ ਕੇ ਖੁਸ਼ ਹਾਂ। ਠੀਕ ਹੈ ਜੀ, ਫਿਰ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ, ਮਾਫ ਕਰਨਾ ਮੈਂ ਫਿਰ ਥੋੜਾ ਜਿਹਾ ਇਹ ਗੱਲ ਕਰ ਰਿਹਾ, ਪਰ ਸਾਡੇ ਪੰਜਾਬੀਆਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਕੁਝ ਸੈਕਰੀਫਾਈਸ ਕਰਕੇ ਫਿਰ ਸਾਨੂੰ ਮਿਲਦਾ ਹੈ। $200 ਟਿਕਟ ਮਹਿੰਗੀ ਹੋ ਜਾਏ ਤੇ ਦਿੱਲੀ ਨੂੰ ਦੌੜ ਜਾਂਦੇ ਨੇ, ਇੱਕ ਜਣਾ ਹੋਵੇ। ਮੇਰੇ ਆਪਣੇ ਕਈ ਫਰੈਂਡਸ ਨੇ, ਉਹਨਾਂ ਦੀ ਵੋਟ ਕਹਿੰਦੇ ਨੇ ਅਸੀਂ ਦਿੱਲੀ ਜਾਣਾ ਜੀ, ਸਾਨੂੰ $200 ਮਿਲਦੀ, ਪੈਨਸ਼ਨ ਮਿਲਦੀ ਸਾਡੇ ਮਾਪਿਓ ਦੀ। ਤੇ ਮੈਂ ਕਹਿੰਦਾ ਯਾਰ $150 ਦਾ ਫਰਕ ਕੀ ਹੈਗਾ? ਤੁਸੀਂ ਤੁਹਾਡੇ ਕੋਲ $2 ਮਿਲੀਅਨ ਦੇ ਘਰ ਨੇ ਤੇ ਤੁਸੀਂ $150 ਵੱਧ ਨਹੀਂ ਕਰ ਸਕਦੇ ਅੰਮ੍ਰਿਤਸਰ ਜਾਣ ਲਈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਵੱਖਰੀ ਗੱਲ ਮੇਰੀ ਗੱਲਾਂ ਕੁਝ ਕੌੜੀਆਂ ਲੱਗਣ, ਬਿਲਕੁਲ ਜੀ, ਕੌੜੀਆਂ ਗੱਲਾਂ ਹੀ ਚੰਗੀ ਤਰ੍ਹਾਂ ਹਜਮ ਵੀ ਹੋਣਗੀਆਂ, ਕੌੜੀਆਂ ਗੱਲਾਂ ਦਾ ਫਾਇਦਾ ਵੀ ਹੋਏਗਾ। ਕੌੜਾ ਬੰਦਾ ਕਦੇ ਮਾੜਾ ਨਹੀਂ ਹੁੰਦਾ। ਮੈਨੂੰ ਬਚਪਨ 'ਚ, ਤੁਹਾਨੂੰ ਵੀ ਸ਼ਾਇਦ ਬਚਪਨ 'ਚ ਦੱਸਿਆ ਹੋਵੇ ਕਿਸੇ ਨੇ, ਜਿਹੜਾ ਦੁਕਾਨਦਾਰ ਕੌੜਾ ਬੋਲਦਾ ਹੈ, ਜਿਹੜਾ ਕਹਿੰਦਾ ਸੌਦਾ ਲੈਣਾ ਲੈ ਨਹੀਂ ਤਾਂ ਅਗਲੀ ਦੁਕਾਨ ਤੇ ਜਾ, ਉਹਦਾ ਕਦੇ ਸੌਦਾ ਮਾੜਾ ਨਹੀਂ ਹੁੰਦਾ। ਜਿਹੜਾ ਜ਼ਿਆਦਾ ਹੀ ਮਿੱਠਾ ਬੋਲਦਾ ਉਨਾ ਹੀ ਮਾੜਾ ਹੁੰਦਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਸਾਡੇ ਨਾਲ ਸਮੀਪ ਸਿੰਘ ਗੁਮਟਾਲਾ ਜੀ ਨੇ। ਗੁਮਟਾਲਾ ਸਾਹਿਬ, ਕੱਲਾ ਫਲਾਈਟ ਦੇ ਮਾਮਲੇ ਦੇ ਵਿੱਚ ਇਹ ਜਿਹੜਾ ਇਦਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਮੈਂ ਇੱਕ ਇਦਾਂ ਦਾ ਹੀ ਐਂਟੀ ਅੰਮ੍ਰਿਤਸਰ 에ਅਰਪੋਰਟ ਪ੍ਰਚਾਰਕ ਹੈ ਮੀਡੀਆ 'ਚ ਜੀ, ਸੜੀਆਂ ਗੱਲਾਂ ਕਰਕੇ ਬੜਾ ਮਸ਼ਹੂਰ ਹੈ। ਕਹਿੰਦਾ ਮੈਂ ਦਿੱਲੀ 에ਅਰਪੋਰਟ ਵੀ ਘੱਟ ਹੀ ਜਾਂਦਾ। ਮੈਂ ਕਿਹਾ ਕਿਉਂ? ਵੈਸੇ ਜਾਣਾ ਪਰ ਦਿੱਲੀ ਜਾਵਾਂਗਾ। ਕਹਿੰਦਾ ਕਈ ਵਾਰੀ ਉੱਥੇ ਅੰਗੂਠੇ ਲਵਾ ਲੈਂਦੇ ਨੇ, ਫਿੰਗਰਪ੍ਰਿੰਟ ਨੂੰ ਅੰਗੂਠੇ ਲਵਾਉਣਾ ਕਹਿੰਦਾ ਉਹ। ਕਹਿੰਦਾ ਮੈਂ ਤਾਂ ਇਸ ਕਰਕੇ ਨਹੀਂ ਲਵਾਉਣਾ ਚਾਹੁੰਦਾ ਕਿਤੇ ਮੇਰਾ ਕੋਈ ਰੈਕਡ ਨਾ ਨਿਕਲ ਆਵੇ। ਕਈ ਲੋਕਾਂ ਨੂੰ ਇਹ ਬੜਾ ਡਰ ਹੁੰਦਾ ਹੈ ਕਿ ਅੰਮ੍ਰਿਤਸਰ ਲੱਗਦਾ ਕਿ ਉਹਨਾਂ ਦੇ ਸਾਰੇ ਪ੍ਰਿੰਟ ਲਏ ਜਾਣਗੇ। ਇਹ ਇਦਾਂ ਦੀ ਕਿਉਂ ਕਹਾਣੀ ਸੁਣਾਈ ਜਾ ਰਹੀ ਹੈ? ਇਹ ਜ਼ਰੂਰ ਤੁਸੀਂ ਐਕਸਪਲੇਨ ਕਰੋ, ਖਾਸ ਕਰ ਆ ਫਿੰਗਰਪ੍ਰਿੰਟਸ ਦੇ ਨਾਂ ਤੇ ਲੋਕੀ ਬੜੇ ਡਰ ਜਾਂਦੇ ਨੇ। ਮੈਂ ਇਸ ਸੰਬੰਧੀ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਜੀ ਕਿ ਇਹ ਨਹੀਂ, ਫਿੰਗਰਪ੍ਰਿੰਟਸ ਤੋਂ ਕਿਉਂ ਘਬਰਾਣਾ? ਐਂਟੀ ਅੰਮ੍ਰਿਤਸਰ ਜਾਂ ਕਿਸ ਤਰ੍ਹਾਂ ਮੈਨੂੰ ਸੋਚ ਨਹੀਂ, ਮੈਂ ਪਾਰਟਿਕੂਲਰਲੀ ਇਹ ਤਾਂ ਮੈਂ ਰੈਫਰੈਂਸ ਦਿੱਤਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਫਿੰਗਰਪ੍ਰਿੰਟਸ ਤੋਂ ਕਿਸੇ ਪੈਸੇਂਜਰ ਨੂੰ ਕੀ ਖਤਰਾ? ਕੋਈ ਖਤਰਾ ਨਹੀਂ ਹੈ ਜੀ। ਜੇ ਫਿੰਗਰਪ੍ਰਿੰਟ ਉੱਥੇ ਸਾਨੂੰ, ਅਸੀਂ ਅਮਰੀਕਾ ਆਉਂਦੇ ਹਾਂ, ਸਾਡੇ ਸਾਰੇ ਦੇ ਫਿੰਗਰਪ੍ਰਿੰਟ ਹੁੰਦੇ ਆ ਜੀ। ਸੋ ਇਹ ਐਵੇਂ ਗੱਲਾਂ, ਕੁਝ ਸਾਲ ਪਹਿਲਾਂ ਜੀ ਇੱਕ ਵੀਡੀਓ ਸਰਕੂਲੇਟ ਕੀਤੀ ਜਾ ਰਹੀ ਸੀ ਕਿ ਉੱਥੇ ਜੀ ਮਲੇਟੋ ਕੋਈ 에ਅਰਲਾਈਨ ਚੱਲਦੀ ਜਿਹੜੀ ਮਲੇਸ਼ੀਆ ਨੂੰ ਚੱਲਦੀ ਸੀ, ਉਹਦੇ ਜੀ ਬੰਦਿਆਂ ਨੇ ਪਾਸਪੋਰਟ ਫਾੜ ਦਿੱਤੇ ਆ। ਸੋ ਇੰਨਾ ਵੀਡੀਓ ਵਾਇਰਲ ਹੋਇਆ, ਤੁਹਾਡੇ ਪਾਸਪੋਰਟ ਨੂੰ ਫਾੜ ਦਿੰਦੇ ਨੇ, ਸੋ ਜੇ ਕਰ ਦਿੰਦੇ ਨੇ। ਕੋਈ ਉਹ ਸੱਚਾਈ ਨਹੀਂ ਸੀ ਕਿ ਕੋਈ ਇਸ ਤਰ੍ਹਾਂ ਕੁਝ ਨਹੀਂ ਸੀ ਹੋਇਆ। ਕਾਫੀ ਲੋਕ, ਕਈ ਕੁਆਲਾਲੰਪੁਰ ਜਾਣ ਵਾਲੇ ਜੀ, ਉੱਥੇ ਤਾਂ ਸਪੈਸ਼ਲ ਚੈਕਿੰਗ ਹੁੰਦੀ ਹੈ। ਅੰਮ੍ਰਿਤਸਰ ਬਹੁਤ ਹੁਣ ਕਸਟਮ ਵਾਲਿਆਂ ਨੇ, ਦਿੱਲੀ ਦੁਬਈ ਤੋਂ ਬਹੁਤ ਸੋਨਾ ਆ ਰਿਹਾ ਸੀ, ਫੜਿਆ ਗਿਆ ਵਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਫਿਰ ਉਦੋਂ ਜਿਹੜਾ ਹੈ ਉਹਨਾਂ ਨੂੰ ਸੁਚੇਤ ਹੋਣਾ ਪੈਂਦਾ ਵਾ। ਸੋ ਜੇ ਪੰਜਾਬ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਹੋਣ ਤੇ ਇਸੇ ਤਰ੍ਹਾਂ ਕੁਆਲਾਲੰਪੁਰ ਵੀ ਕਈ ਲੋਕ ਚਲੇ ਜਾਂਦੇ ਨੇ, ਜਾਂਦੇ ਐਜ਼ ਅ ਵਿਜ਼ਿਟਰ ਨੇ, ਪਰ ਉਹਦੇ ਵਿੱਚ ਦੂਜੇ ਦਾ ਉੱਥੇ ਰਹਿ ਜਾਂਦੇ ਨੇ। ਫਿਰ ਉਹਨਾਂ ਨੂੰ ਐਕਸਟਰਾ ਸੁਚੇਤ ਹੋ ਕੇ 에ਅਰਲਾਈਨਸ ਨੂੰ ਵੀ ਕਾਫੀ ਚੈੱਕ ਕਰਨਾ ਪੈਂਦਾ ਸਾਰੀ ਚੀਜ਼ਾਂ। ਤੇ ਉਸ ਸੰਬੰਧੀ ਬਾਅਦ ਪਤਾ ਲੱਗਾ ਕੁਝ ਪਾਸਪੋਰਟ ਵਾਲੀ ਵੀਡੀਓ ਕਿਸੇ ਨੇ ਗਲਤ ਫੈਲਾਈ ਤੇ ਪਾਸਪੋਰਟ ਕੋਈ ਫਾੜਿਆ ਨਹੀਂ ਸੀ ਗਿਆ, ਜਾਣ ਕੇ ਉਹਨਾਂ ਨੇ ਕੀਤਾ ਸੀ। ਸੋ ਇਸ ਤਰ੍ਹਾਂ ਦੀ ਚੀਜ਼ਾਂ ਸਾਨੂੰ ਦੇਖੋ ਜੀ, ਜੋ ਦਿੱਲੀ ਹੈ ਉਹ ਹੀ ਇੱਥੇ ਇਮੀਗ੍ਰੇਸ਼ਨ ਹੈ, ਕੋਈ ਇੰਨਾ ਕੋਈ ਜ਼ਿਆਦਾ ਫਰਕ ਨਹੀਂ ਹੈ। ਆਬਵੀਅਸਲੀ ਆਈ ਐਮ ਨਾਟ ਸਪੀਕਿੰਗ ਆਊਟ ਫॉर ਜਸਟ ਲਾਈਕ ਅੰਮ੍ਰਿਤਸਰ 에ਅਰਪੋਰਟ ਸਟਾਫ ਔਰ ਐਨੀਥਿੰਗ, ਮੇਰਾ ਕੋਈ ਉਹਨਾਂ ਨਾਲ ਜ਼ਿਆਦਾ ਨਹੀਂ ਹੈ। ਪਰ ਸਮੱਸਿਆਵਾਂ ਜਿਸ ਤਰ੍ਹਾਂ ਆਪਾਂ ਜਿਵੇਂ ਦੱਸਿਆ ਕਿ ਮੇਰੇ ਪੇਰੈਂਟਸ, ਮੇਰੀ ਫੈਮਿਲੀ, ਅਸੀਂ ਜੋ ਮਰਜ਼ੀ ਹੋ ਜਾਏ, ਜੇ ਅਸੀਂ ਦਿੱਲੀ ਦੀ ਫਲਾਈਟ ਵੀ ਲੈ ਜਾਈਏ, ਅਸੀਂ ਬਾਈ ਰੋਡ ਨਹੀਂ ਜਾਂਦੇ, ਅਸੀਂ ਕਨੈਕਟਿੰਗ ਫਲਾਈਟ ਕਈ ਵੱਖਰੀ ਟਿਕਟ ਲੈ ਲੈਂਦੇ। ਸੋ ਅਸੀਂ ਜਿੱਦਾਂ ਵੀ ਹੋਵੇ, ਸਾਨੂੰ ਜੋ ਮਰਜ਼ੀ ਆ ਜਾਣ, ਸਾਨੂੰ ਜੋ ਮਰਜ਼ੀ ਔਕੜਾ ਆ ਜਾਣ, ਅਸੀਂ ਡਿਸਾਈਡ ਕੀਤਾ ਹੋਇਆ ਕਿ ਅਸੀਂ ਜਾਣਾ ਅੰਮ੍ਰਿਤਸਰ ਹੀ ਹੈ। ਬਿਲਕੁਲ, ਇਹ ਚੀਜ਼ ਸਾਨੂੰ ਲਿਆਣੀ ਪਏਗੀ। ਕਾਫੀ ਅਵੇਅਰਨੈਸ ਆਈ ਹੈ। ਮੈਂ ਦੱਸਾਂ, ਇੰਨੀ ਸਪੋਰਟ ਚੀਮਾ ਸਾਹਿਬ ਕਦੀ ਨਹੀਂ ਹੋਈ ਇੱਧਰੋਂ ਵੈਨਕੂਵਰ। ਜਿਸ ਹਿਸਾਬ ਨਾਲ ਅਸੀਂ ਪਟੀਸ਼ਨ ਪਾਈ, ਜਿਸ ਹਿਸਾਬ ਨਾਲ ਮੀਡੀਆ ਦਾ ਸਪੋਰਟ ਮਿਲਿਆ, ਤੁਸੀਂ ਉਦੋਂ ਆਪਾਂ ਗੱਲ ਕੀਤੀ, ਹੋਰ ਵੀ ਮੀਡੀਆ ਦੇ ਥਰੂ ਅਸੀਂ ਗੱਲਬਾਤ ਕਰ ਰਹੇ ਹਾਂ। ਕਾਫੀ ਸਾਡੇ ਪੰਜਾਬੀ ਨੇ ਸੁਚੇਤ ਹੋ ਰਹੇ ਨੇ, ਨਾਲ ਜੁੜ ਰਹੇ ਨੇ, ਤੇ ਉਹ ਇੱਕ ਆਵਾਜ਼ ਹੈ ਰੇਡੀਓ ਮਾਧਿਅਮ, ਭਾਵੇਂ ਰੇਡੀਓ ਇੰਡੀਆ ਹੋ ਗਿਆ, ਜੋ ਵੀ ਹੋ ਗਿਆ, ਤੁਹਾਡੀ ਆਵਾਜ਼ ਹੋ ਗਈ ਤੇ ਤੁਸੀਂ ਹੁਣ ਸਾਰੇ ਅੱਗੇ ਲੈ ਕੇ ਜਾ ਰਹੇ ਨੇ। ਇਸੇ ਤਰ੍ਹਾਂ ਅਸੀਂ ਹੌਲੀ ਹੌਲੀ ਜਿਹੜੀ ਆਵਾਜ਼ ਲੈ ਕੇ ਗਵਰਨਮੈਂਟ ਆਫ ਇੰਡੀਆ ਤੱਕ ਜਾਂ 에ਅਰ ਇੰਡੀਆ ਤੱਕ ਵੀ ਪਹੁੰਚੇਗੀ। ਤੇ ਮੈਨੂੰ ਆਸ ਹੈ ਜੀ, ਮੈਨੂੰ 에ਅਰ ਕੈਨੇਡਾ ਦਾ ਮਾਫ ਕਰਨਾ, ਇੰਨੀ ਜ਼ਿਆਦਾ ਆਸ ਨਹੀਂ ਹੈ। ਸਾਡੀ ਮੀਟਿੰਗ 'ਚ ਉਹਨਾਂ ਦਾ ਐਸਪੈਕਟ ਜਿਹੜਾ ਸੀ, ਉਹਨਾਂ ਨੇ ਸਾਨੂੰ ਕਿਹਾ ਸਾਨੂੰ ਡੇਟਾ ਲਿਆ ਕੇ ਦਿਓ ਕਾਰਗੋ ਦਾ, ਬਿਜ਼ਨਸ ਦਾ। ਆਬਵੀਅਸਲੀ ਆਈ ਐਮ ਵਰਕਿੰਗ ਔਨ ਇਟ ਨਾਓ, ਮੈਂ ਉੱਤੇ ਕੰਮ ਕਰ ਰਿਹਾ। ਤੇ ਪਰ ਸਾਨੂੰ ਉਮੀਦ ਹੈ ਕਿ 에ਅਰ ਇੰਡੀਆ, ਜੇ ਕੋਈ ਸੁਣਨ ਵਾਲੇ ਨੇ, ਜ਼ਰੂਰ ਆਪਣੇ ਜਿਹੜੇ ਜਾਂਦੇ ਵੀ ਨੇ ਉਹ ਜ਼ਰੂਰ ਫੀਡਬੈਕ ਫਾਰਮ ਫਿਲ ਕਰਨ 에ਅਰ ਇੰਡੀਆ ਦਾ ਮੰਗਾ ਕੇ, ਜੇ ਹੈਗਾ ਵਾ ਤੇ ਲਿਖਣ ਪਲੀਜ਼ ਸਟਾਰਟ ਫਲਾਈਟ ਟੂ ਟੋਰਾਂਟੋ ਐਂਡ ਵੈਨਕੂਵਰ। ਸਾਨੂੰ ਉਮੀਦ ਹੈ 에ਅਰ ਇੰਡੀਆ ਜਿਹੜੀ ਫਲਾਈਟ ਹੈ ਟੋਰਾਂਟੋ ਜਾਂ ਵੈਨਕੂਵਰ ਦੀ ਜ਼ਰੂਰ ਸ਼ੁਰੂ ਕਰੇਗੀ। ਹੋ ਸਕਦਾ ਹੈ ਅਕਤੂਬਰ ਤੱਕ, ਜੇ ਸ਼ੁਰੂ ਕਰ ਦੇਣ ਤੇ ਬਹੁਤ ਵਧੀਆ ਹੈ। ਤੇ ਇਹ ਸਾਡੀ ਅਸੀਂ ਆਸ ਲੈ ਕੇ ਅਸੀਂ ਗੁਮਟਾਲਾ ਜੀ ਮੈਂ ਇੱਕ ਰਿਕੁਐਸਟ ਕਰਾਂਗਾ, ਭਾਰਤ ਦੇ ਹਵਾਬਾਜ਼ੀ ਮੰਤਰੀ ਜਿਹੜੇ ਨੇ ਉਹ ਹਵਾ 'ਚ ਗੱਲ ਨਹੀਂ ਕਰਦੇ, ਉਹ ਰਿਐਲਿਟੀ 'ਚ ਗੱਲ ਕਰਦੇ ਨੇ।
ਮਿਸਟਰ ਸਿੰਧੀਆ, ਮੈਂ ਇਹਨਾਂ ਦੇ ਡੈਡ ਨੂੰ ਵੀ ਜਾਣਦਾ। ਜੇ ਪੰਜਾਬ ਦੇ ਵਿੱਚ ਰੇਲ ਕੋਚ ਫੈਕਟਰੀ ਇੰਨੀ ਜਲਦੀ 2-3 ਸਾਲ ਦੇ ਅੰਦਰ ਹੀ ਬਣ ਗਈ, ਜਿੱਥੇ ਟਿੱਬੇ ਸੀ, ਰੇਤਾ ਸੀ, ਮਿੱਟੀ ਉੱਡਦੀ ਰਹਿੰਦੀ ਸੀ, ਉੱਥੇ ਪ੍ਰੋਡਕਸ਼ਨ ਸਟਾਰਟ ਕਰਤੀ। ਵਰਲਡ ਦੀ ਨੰਬਰ 2 ਬੈਸਟ ਕਲੋਨੀ ਜਿਹਨੂੰ ISO 14001 ਮਿਲਿਆ, ਉਹ ਬਣ ਗਈ। ਅੱਜ ਜਾ ਕੇ ਦੇਖੋ, ਲਹਿਰਾਂ ਬਹਿਰਾਂ ਹੋ ਗਈਆਂ। ਕਰੀਬ 1 ਲੱਖ ਦੇ ਲੋਕ ਡਾਇਰੈਕਟ ਐਂਡ ਇਨਡਾਇਰੈਕਟ ਏਮਪਲਾਇਮੈਂਟ ਹੈ। ਉਹ ਕੰਮ ਮਾਧਵਰਾਵ ਸਿੰਧੀਆ ਹੋਰਾਂ ਨੇ ਆਪਣੇ ਜ਼ਿੰਮੇ ਲਿਆ ਸੀ। ਉਹਨਾਂ ਦੇ ਬੇਟੇ ਵੀ ਉਨੇ ਹੀ ਤੇਜ਼ ਤਰਾਰ ਨੇ, ਜਿਹੜੇ ਅੱਜ ਹਵਾਬਾਜ਼ੀ ਦੇ ਮਿਨਿਸਟਰ ਨੇ। ਔਰ ਇਹਨਾਂ ਨੂੰ ਤੁਸੀਂ ਆਪਣੀ ਗਰੁੱਪ ਦੇ ਥਰੂ ਕੀ ਇਹਨਾਂ ਨੂੰ ਪਟੀਸ਼ਨਸ ਭੇਜਦੇ ਹੋ ਜਾਂ ਇਹਨਾਂ ਨੂੰ ਲਿਖ ਕੇ ਦਿੰਦੇ ਹੋ? ਮੈਨੂੰ ਲੱਗਦਾ ਕਿ ਇਹ ਸਭ ਕੁਝ ਇਹ ਇੱਕੋ ਹੀ ਬੰਦਾ ਹੈ ਅੱਜ ਦੇ ਡੇਟ, ਜਿਹੜੇ ਸੁਪਰ ਐਕਟਿਵ ਐਨਰਜੈਟਿਕ ਮਿਨਿਸਟਰ ਹੈ, ਜਿਹੜਾ ਕੰਮ ਕਰਨ ਦੇ ਵਿੱਚ ਹੀ ਯਕੀਨ ਰੱਖਦਾ। ਜਿੱਦਾਂ ਨਿਤਿਨ ਗਡਕਰੀ ਹੋਏ, ਉਹਨਾਂ ਦੇ ਵਿੱਚ ਇਹ ਨੇ, ਹੋਰ 2-4 ਮਿਨਿਸਟਰ ਨੇ, ਬੜੇ ਕੁਇਕ ਕੰਮ ਕਰਦੇ ਨੇ। ਕੀ ਤੁਹਾਡਾ ਗਰੁੱਪ ਇਹਨਾਂ ਨਾਲ ਰਾਬਤਾ ਰੱਖਦਾ? ਹਾਂਜੀ ਜ਼ਰੂਰ ਹੈ। ਜਿਹੜੀ ਗੱਲ ਤੁਸੀਂ ਕਹੀ ਹੈ, ਗਵਾਲੀਅਰ, ਤੁਹਾਨੂੰ ਪਤਾ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਆਏ, ਗਵਾਲੀਅਰ ਦਾ ਕਿਲਾ, ਉੱਥੇ ਗੁਰਦੁਆਰਾ ਸਾਹਿਬ ਵੀ ਆ। ਸਿੰਧੀਆ ਸਾਹਿਬ ਜਿਹੜੇ ਨੇ ਉਹ ਮਾਧਵਰਾਵ ਸਿੰਧੀਆ ਦੇ ਬੇਟੇ ਨੇ, ਤੇ ਬਹੁਤ ਹੀ ਜਦੋਂ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਮਿਨਿਸਟਰ ਓਮਰ ਅਲਗਬਰਾ ਨਾਲ, ਦੇਖੋ ਜੀ, ਇਸ ਤੋਂ ਹਾਈ ਲੈਵਲ ਤੱਕ 2 ਗਵਰਨਮੈਂਟ ਦੀਆਂ ਟਾਕਸ ਹੋ ਰਹੀਆਂ ਨੇ। ਉਹਨਾਂ ਨੇ ਹਵਾਈ ਸਮਝੌਤਿਆਂ ਦੀ ਗੱਲ ਕੀਤੀ, ਐਕਸਪੈਂਡ ਕਰੀਏ, ਤੇ ਨਾਲ ਦੀ ਨਾਲ ਉਹਨਾਂ ਨੇ ਗੱਲ ਕੀਤੀ ਅੰਮ੍ਰਿਤਸਰ ਦੀ ਵੀ। ਤੇ ਸਿੰਧੀਆ ਸਾਹਿਬ ਨੇ ਵੀ ਜਿੱਦਾਂ ਜੋ ਆਇਆ ਮੀਡੀਆ 'ਚ, ਉਹਨਾਂ ਨੇ ਹਾਮੀ ਭਰੀ ਹੈ ਕਿ ਏਅਰ ਇੰਡੀਆ ਵੱਖਰੀ ਗੱਲ ਪ੍ਰਾਈਵੇਟ ਹੋ ਗਈ ਹੈ, ਪਰ ਜੋ ਹੋ ਸਕਦਾ ਹੈ ਉਹ ਜ਼ਰੂਰ ਇਸ ਪਾਸੇ ਵੱਲ ਧਿਆਨ ਦੇਣਗੇ। ਤੇ ਅਸੀਂ ਵੀ ਥਰੂ ਮੀਡੀਆ, ਥਰੂ ਲੈਟਰਸ ਉਹਨਾਂ ਨੂੰ ਲੈਟਰ ਲਿਖੀਆਂ, ਤੇ ਏਅਰ ਇੰਡੀਆ ਨੂੰ ਵੀ ਅਸੀਂ ਹੁਣ ਲੈਟਰ ਲਿਖ ਰਹੇ ਹਾਂ। ਅਸੀਂ ਲਿਖਦੇ ਰਹਿੰਦੇ ਹਾਂ ਜੀ, ਜਦੋਂ ਭਾਵੇਂ ਜੋ ਹੀ ਹੋਵੇ ਲੈਟਰ। ਇਟਸ ਵੈਰੀ ਇੰਪੋਰਟੈਂਟ, ਜਿਹੜੇ ਸਾਡੇ ਸੁਣਨ ਵਾਲੇ ਵੀ ਨੇ, ਭਾਵੇਂ ਤੁਸੀਂ ਇੱਥੇ ਆਪਣੇ ਕੌਂਸੂਲੇਟ ਨੂੰ ਭੇਜ ਦਿਓ ਤੇ ਫਾਰਵਰਡ ਕਰ ਦੇਣ, ਪਰ ਸਾਨੂੰ ਜ਼ਰੂਰ ਲਿਖਣ ਤੇ ਉਹਨਾਂ ਨੂੰ ਜ਼ਰੂਰ ਲਿਖਣ। ਤੇ ਇੱਕ ਟਵਿੱਟਰ ਵੀ ਇੱਕ ਮਾਧਿਅਮ ਹੈਗਾ ਜਿੱਥੇ ਸਿੰਧੀਆ ਸਾਹਿਬ ਬਹੁਤ ਐਕਟਿਵ ਨੇ। ਜੋਤਿਰਾਜ ਸਿੰਧੀਆ, ਹੀ ਇਜ਼ ਵੈਰੀ ਐਕਟਿਵ ਓਵਰ ਦੇਅਰ ਔਨ ਟਵਿੱਟਰ, ਤੇ ਸਾਨੂੰ ਵੀ ਚਾਹੀਦਾ ਹੈ ਕਿ ਟਵਿੱਟਰ ਤੇ ਅਸੀਂ ਟਵੀਟ ਕਰਕੇ ਕਿ ਜੋ ਉਹਨਾਂ ਵੱਲ ਹੋ ਸਕੇ ਤੇ ਫਲਾਈਟ ਜਿਹੜੀਆਂ ਨੇ ਜ਼ਰੂਰ ਕਰਨ। ਤੇ ਮੈਨੂੰ ਵੀ ਇਹੋ ਆਸ ਹੈ, ਇਸੇ ਆਸ ਕਰਕੇ ਮੈਂ ਦੱਸਿਆ, ਵੱਖਰੀ ਗੱਲ ਏਅਰ ਇੰਡੀਆ ਪ੍ਰਾਈਵੇਟ ਹੋ ਗਈ ਹੈ, ਪਰ ਸਾਨੂੰ ਆਸ ਹੈ ਕਿ ਸ਼ਾਇਦ ਉਹ ਇਸ ਪਾਸੇ ਜ਼ਰੂਰ ਧਿਆਨ ਦੇਣਗੇ। ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲੀ ਆਉਣ ਵਾਸਤੇ। ਧੰਨਵਾਦ ਜਨਾਬ ਤੁਹਾਡਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ।